श्री वाहिगुरु साहिब जी बसंत महला पंजवा। तिस बसंत जिस प्रभ कृपाल, तिस बसंत जिस गुर दयाल। मंगल तिसका जिस एक ना काम, तिस सद बसंत जिस हृदय दान। तिस बसंत जिस प्रभ कृपाल। वाहिगुरु जी का खालसा वाहिगुरु जी की फतेह। कोट ब्रह्मंडां दे मालक जुगो जुगी अटल शब्दा अवतार दसां पातशाहियां दी आत्मक जोत। धन धन सतगुरु श्री गुरु ग्रंथ साहिब सच्चे पातशाह जी महाराज जी दी पवित्र पावन हजूरी दे विच जुड़ मिल बैठी गुरु रूप गुरु खालसा साध संगत जीओ। आओ बड़े प्यार यार सत्कार दे नाल अमृत बाणी हर हर तेरी सुन सुन होवे परम गत मेरी। जलन बुझी शीतल होए मनुआ सतगुर का दर्शन पाए जियो। सतगुरां दी पवित्र अमृत बाणी की कथा विचार व्याख्या सो सरवण करके लाभ प्राप्त करो जी। एक बार उच्चारण करो सतनाम श्री वाहिगुरु जी। सतनाम श्री वाहिगुरु साहिब जी। बसंत महला पंजवा। पंजवें पातशाह शहीदां दे सरताज धन धन सतगुरु श्री गुरु अर्जन देव साहिब जी महाराज बसंत राग विच शोभावन उपदेश की बख्शिश करते हैं। इस बसंत जिस प्रभ कृपाल। ये भाई इस मनुख के मन में सदा ही आनंद है जिस पर परमात्मा आप मेहरबान हुंदा है। इस बसंत जिस गुर दयाल। इस मनुख के मन में सदा ही आनंद बनया रहिंदा है जिस पर गुरु दयालु हुंदा है। मंगल तिसका जिस एक काम। इस मनुख के हिरदे अंदर आनंद प्राप्त हुंदा है जिसनों एक परमात्मा की बंदगी दे नाल ही काम है। इस सद बसंत जिस हृदय नाम। इस मनुख के मन अंदर हमेशा आनंद बनया रहिंदा है जिस मनुख के हिरदे विच परमात्मा का नाम बसिया होया है। गृहीता के बसंत गनी। इस मनुख के हिरदे रूप घर विच आनंद की प्राप्ति हुई गणी दी विचारी दी है। आकै कीर्तन हर धुनी। जिस दे हिरदे अंदर हरि दे जस की धुनी चलती रहिंदी है। विश्राम देकर फरमान करते ने। प्रीत पार ब्रह्म मौल मना। परमात्मा की प्रीति परमात्मा की लिप दे विच प्रफुल्लित होना कर। ज्ञान कमाइए पूछ जना। श्रेष्ठ महात्मा जਨਾਂ ਨੂੰ ਪੁੱਛ ਕੇ ਗਿਆਨ ਪ੍ਰਾਪਤੀ ਦੀ ਕਮਾਈ ਕਰ। ਸੋ ਤਪਸੀ ਜਿਸ ਸਾਧ ਸੰਗ। ਇਹ ਭਾਈ ਉਹੀ ਅਸਲ ਤਪੱਸਿਆ ਕਰਨ ਵਾਲਾ ਤਪਸਵੀ ਹੈ ਜਿਸ ਨੂੰ
ਸ੍ਰੇਸ਼ਟ ਸੰਤ ਜਨਾਂ ਦਾ ਮਿਲਾਪ ਪ੍ਰਾਪਤ ਹੋਇਆ ਹੈ। ਸਤ ਧਿਆਨੀ ਜਿਸ ਗੁਰ ਹੈ ਰੰਗ, ਉਹ ਮਨੁੱਖ ਹੀ ਸਦਾ ਧਿਆਨ ਲਾਉਣ ਵਾਲਾ ਹੈ, ਜਿਸ ਨੂੰ ਗੁਰੂ ਦੇ ਨਾਲ ਪ੍ਰੇਮ ਹੈ। ਸਈ ਨਿਰਭਉ ਜਿਨ ਭਉ ਪਾਇਆ, ਇਹ ਭਾਈ ਉਹ ਮਨੁੱਖ ਸੰਸਾਰ ਦੇ ਵਿੱਚ ਭੈ ਤੋਂ ਰਹਿਤ ਹੋਏ ਨੇ, ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਭੂ ਦਾ ਭੈ ਪਿਆ ਹੋਇਆ ਹੈ। ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ। ਸੋ ਸੁਖੀਆ ਜਿਸ ਭ੍ਰਮ ਗਾਇਆ, ਉਹੀ ਸੁਖ ਦੇ ਸਹਿਤ ਹੈ, ਜਿਸ ਦੀ ਅੰਦਰੋਂ ਭਰਮ ਨਿਵਰਤ ਹੋ ਗਿਆ ਹੈ। ਸੋ ਏਕਾਂਤੀ ਜਿਸ ਹਿਰਦਾ ਥਾਇ, ਇਹ ਭਾਈ ਉਹੀ ਇਕਾਂਤ ਵਿੱਚ ਰਹਿਣ ਵਾਲਾ ਹੈ, ਜਿਸ ਮਨੁੱਖ ਦਾ ਹਿਰਦਾ ਇੱਕ ਥਾਂ ਟਿਕ ਗਿਆ, ਅਚਲ ਹੋ ਗਿਆ ਹੈ। ਸੋਈ ਨਿਹਚਲ ਸਾਚ ਠਾਇ, ਉਹੀ ਅਚਲ ਹੈ, ਜਿਸ ਨੂੰ ਸੱਚੇ ਦੇ ਆਨੰਦ ਸਰੂਪ ਰੂਪੀ ਜਾਂ ਤੁਰਿਆ ਪਦ ਰੂਪੀ ਥਾਂ ਦੀ ਪ੍ਰਾਪਤੀ ਹੋ ਗਈ ਹੈ। ਏਕਾ ਖੋਜੈ ਏਕ ਪ੍ਰੀਤ, ਜੋ ਸਾਧ ਸੰਗਤ ਨਾਲ ਮਿਲ ਕੇ ਇੱਕ ਪ੍ਰਭੂ ਨੂੰ ਹੀ ਤਨ ਮਨ ਨਾਲ ਖੋਜਣਾ ਕਰਦਾ ਹੈ, ਉਸ ਦੀ ਇੱਕ ਪ੍ਰਭੂ ਨਾਲ ਪ੍ਰੀਤੀ ਲੱਗ ਜਾਂਦੀ ਹੈ। ਦਰਸ਼ਨ ਪਰਸਨ ਹੀਤ ਚੀਤ, ਉਸ ਦਾ ਪ੍ਰਭੂ ਦੇ ਦਰਸ਼ਨ ਦੀਦਾਰ ਕਰਨ ਦੀ ਹੀ ਪਰਸਨ ਛੂ ਤਾਂਗ ਦਾ ਹੀ ਮਨ ਵਿੱਚ ਹਿਤ, ਮਨ ਵਿੱਚ ਪ੍ਰੇਮ ਹੈ। ਹਰ ਰੰਗ ਰੰਗਾ ਸਹਿਜ ਮਾਣ, ਉਹ ਸਾਰੇ ਰੰਗਾਂ 'ਚ ਰੰਗੇ ਹੋਏ ਹਰੀ ਦੇ ਆਨੰਦ ਨੂੰ ਸੁਭਾਵ ਕੇ ਹੀ ਮਾਣਦਾ ਹੈ। ਨਾਨਕ ਦਾਸ ਤਿਸ ਜਨ ਕੁਰਬਾਨ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਅਸੀਂ ਦਾਸਾ ਭਾਵ ਧਾਰ ਕੇ ਤਿਸ ਪੁਰਖ ਤੋਂ ਕੁਰਬਾਨ ਬਲਿਹਾਰ ਜਾਂਦੇ ਹਾਂ। ਸੰਤ ਮਹਲਾ ਪੰਜਵਾ, ਪੰਜਵੇਂ ਪਾਤਸ਼ਾਹ ਸ਼ਹੀਦਾਂ ਦੀ ਸਰਤਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਸੰਤ ਰਾਗ ਵਿੱਚ ਸ਼ੋਭਾਵਾਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ। ਜੀ ਪ੍ਰਾਣ ਤੁਮ ਪਿੰਡ ਦੀਨ, ਹੇ ਪ੍ਰਭੂ ਸਭ ਜੀਵਾਂ ਦੇ ਤਾਈਂ ਜ਼ਿੰਦਗੀ, ਪ੍ਰਾਣ ਸਵਾਸ, ਪਿੰਡ ਸਰੀਰ ਆਦਿਕ ਸਭ ਕੁਝ ਤੂੰ ਹੀ ਦੇਣਾ ਕੀਤੇ ਹਨ। ਮੁਕਤ ਸੁੰਦਰ ਤਾਰ ਜੋਤ ਕੀਨ, ਤੂੰ ਆਪਣੀ ਚੇਤਨ ਸੱਤਾ ਰੂਪ ਜੋਤ ਧਾਰ ਕੇ ਪੰਜਾਂ ਤੱਤਾਂ ਦੀ ਮਿੱਟੀ ਦੇ ਬਣੇ ਮੂਰਖਾਂ ਨੂੰ, ਮਿੱਟੀ ਦੇ ਮਾਧਵਾਂ ਨੂੰ ਸੋਹਣਾ ਬਣਾਉਣਾ ਕੀਤਾ ਹੈ। ਅਬ ਜਾਚਕ ਪ੍ਰਭ ਤੁਮ ਦਇਆਲ, ਹੇ ਪ੍ਰਭੂ ਸਾਰੇ ਜੀਵ ਤੇਰੇ ਦਰ ਦੇ ਮੰਗਤੇ ਨੇ ਤੇ ਤੂੰ ਦਿਆਲੂ ਹੈ। ਨਾਮ ਜਪਤ ਹੋਵਤ ਨਿਹਾਲ, ਜੋ ਤੇਰਾ ਨਾਮ ਜਪਦੇ ਨੇ ਉਹ ਨਿਹਾਲ ਆਨੰਦ ਪ੍ਰਸੰਨ ਹੋ ਜਾਂਦੇ ਹਨ, ਜਾਂ ਨਿਹਾਲ ਦੁੱਖਾਂ ਤੋਂ ਰਹਿਤ ਹੋ ਜਾਂਦੇ ਨੇ। ਮੇਰੇ ਪ੍ਰੀਤਮ ਕਾਰਨ ਕਰਨ ਜੋਗ, ਇਹ ਮੇਰੇ ਪਿਆਰੇ ਪ੍ਰਭੂ ਤੂੰ ਸਾਰੇ ਕਾਰਨਾਂ ਦੇ ਕਰਨ ਯੋਗ ਹੈ, ਲਾਇਕ ਹੈ। ਭਾਵ ਜਿਵੇਂ ਕਿਸੇ ਨੇ ਜਗਤ ਰਚਨਾ ਦਾ ਕਾਰਨ ਅਗਿਆਨ ਮੰਨਿਆ, ਕਿਸੇ ਨੇ ਕਰਮ, ਕਿਸੇ ਨੇ ਪਰਮਾਣੂ ਆਦਿਕ ਨੂੰ ਮੰਨਿਆ, ਪਰ ਤੂੰ ਇਹਨਾਂ ਕਾਰਨਾਂ ਨੂੰ ਵੀ ਪੈਦਾ ਕਰਨ ਵਾਲਾ ਹੈ। ਹਉ ਪਾਵੋ ਤੁਮ ਤੇ ਸਗਲ ਥੂਕ, हे ਪ੍ਰਭੂ ਮੈਂ ਤੁਹਾਡੇ ਤੋਂ ਹੀ ਸਾਰੇ ਪਦਾਰਥ ਪ੍ਰਾਪਤ ਕਰ ਰਿਹਾ ਹਾਂ। ਰਹਾ ਸਲਾਮ ਦੇ ਕਰ ਫਰਮਾਨ ਕਰਦੇ ਨੇ। ਨਾਮ ਜਪਤ ਹੋਵਤ ਉਧਾਰ, ਤੇਰਾ ਨਾਮ ਜਪਦਿਆਂ ਹੀ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੁੰਦਾ ਹੈ। ਨਾਮ ਜਪਤ ਸੁਖ ਸਹਿਜ ਸਾਰ, ਤੇਰਾ ਨਾਮ ਜਪਦਿਆਂ ਹੀ ਸ੍ਰੇਸ਼ਟ ਆਤਮਿਕ ਸੁਖ ਅਤੇ ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ, ਜਾਂ ਸਾਰੂਪ ਦਾ ਸੁਖ
ਅਤੇ ਗਿਆਨ ਪ੍ਰਾਪਤ ਹੁੰਦਾ ਹੈ। ਨਾਮ ਜਪਤ ਪਤ ਸੋਭਾ ਹੋਇ। ਤੇਰਾ ਨਾਮ ਜਪਣੇ ਕਰਕੇ ਇਸ ਲੋਕ ਵਿੱਚ ਪ੍ਰਤਿਸ਼ਠਾ, ਇੱਜ਼ਤ ਅਤੇ ਪਰਲੋਕ ਵਿੱਚ ਵਡਿਆਈ ਹੁੰਦੀ ਹੈ। ਨਾਮ ਜਪਤ ਬਿਘਨ ਨਾਹੀ ਕੋਈ। ਤੇਰਾ ਨਾਮ ਜਪਣੇ ਕਰਕੇ ਕੋਈ ਵੀ ਰਾਗ ਦੁਆਇ ਖਾਦਕ ਵਿਘਨ ਨਹੀਂ ਲੱਗਦਾ। ਜਾ ਕਾਰਨ ਇਹ ਦੁਲੱਭ ਦੇਹ। ਇਹ ਪ੍ਰਭੂ, ਜਿਸ ਨੂੰ ਤੇਰੀ ਪ੍ਰਾਪਤੀ ਨਾਮ ਜਪਣ ਦੇ ਵਾਸਤੇ ਇਹ ਕਠਿਨਤਾਈ ਨਾਲ ਪ੍ਰਾਪਤ ਹੋਣ ਵਾਲੀ ਮਨੁੱਖਾਂ ਦੇ ਸਰੀਰ ਦੇਣਾ ਕੀਤਾ ਹੈ। ਸੋ ਬੋਲ ਮੇਰੇ ਪ੍ਰਭੂ ਦੇ। ਇਹ ਮੇਰੇ ਪ੍ਰਭੂ, ਸਾਡੇ ਮੂੰਹ ਚੋਂ ਉਹ ਤੇਰੇ ਬੋਲ, ਉਹ ਤੇਰੇ ਬਚਨ, ਵਾਹਿਗੁਰੂ ਨਾਮ ਜਪਜੀ ਸਾਹਿਬ ਨਹੀਂ ਬੋਲਿਆ ਜਾਂਦਾ। ਉਹ ਆਪਦੇ ਬੋਲ, ਆਪਦੇ ਬਚਨ, ਆਪਦੀ ਬਾਣੀ, ਆਪਦਾ ਨਾਮ ਮੈਨੂੰ ਜਪਣ ਵਾਸਤੇ ਦੇਣਾ ਕਰ। ਸਾਧ ਸੰਗਤ ਮਹਿ ਇਹੋ ਵਿਸਰਾਮ। ਤੇਰੀ ਸਾਧ ਸੰਗਤ ਦੇ ਵਿੱਚ ਮੇਰਾ ਹੀ ਮਨ ਸਥਿਤੀ ਪਾਉਣਾ ਕਰੇ ਜੀ। ਸਦਾ ਹਿਰਦੈ ਜਪੀ ਪ੍ਰਭ ਤੇਰੋ ਨਾਮ। हे ਪ੍ਰਭੂ, ਮੈਂ ਤੇਰਾ ਨਾਮ ਹਮੇਸ਼ਾ ਹੀ ਆਪਣੇ ਹਿਰਦੇ ਵਿੱਚ ਜਪਦਾ ਰਹਾ। ਤੁਝ ਬਿਨਾ ਦੂਜਾ ਕੋਈ ਨਾਹੀ। हे ਪ੍ਰਭੂ, ਤੇਥੋਂ ਬਿਨਾ ਤੇਰੇ ਵਰਗਾ ਦੂਜਾ ਹੋਰ ਕੋਈ ਨਹੀਂ ਹੈ। ਸਭ ਤੇਰੋ ਖੇਲ ਤੁਝ ਮਾਹੀ ਸਮਾਹੀ। हे ਪ੍ਰਭੂ, ਇਹ ਜਗਤ ਸਾਰਾ ਤੇਰਾ ਹੀ ਖੇਲ ਹੈ, ਅੰਤ ਨੂੰ ਤੇਰੇ ਵਿੱਚ ਹੀ ਸਮਾ ਜਾਵੇਗਾ। ਜਿਉ ਭਾਵੈ ਤਿਉ ਰਾਖ ਲੇ। ਇਹ ਪ੍ਰਭੂ, ਜਿਵੇਂ ਤੈਨੂੰ ਭਾਉਂਦਾ ਹੈ ਤਿਵੇਂ ਰੱਖ ਲੈਣਾ ਕਰ। ਰੱਖੋ ਕਿਰਪਾ ਧਾਰ, ਤੇਰੀ ਸ਼ਰਨ ਤੇਰਾ ਦਰਬਾਰ। ਸੁਖ ਨਾਨਕ ਪੂਰਾ ਗੁਰ ਮਿਲੇ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਜੇਕਰ ਤੇਰੀ ਕਿਰਪਾ ਕਰਕੇ ਪੂਰਨ ਗੁਰੂ ਮਿਲ ਜਾਵੇ ਤਾਂ ਹੀ ਤੇਰੀ ਪ੍ਰਾਪਤੀ ਦਾ ਸੁਖ ਮਿਲ ਸਕਦਾ ਹੈ। ਬਸੰਤ ਮਹਲਾ ਪੰਜਵਾ। ਪੰਜਵੀਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਸੰਤ ਰਾਗ ਵਿੱਚ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ। ਰੱਬ ਪ੍ਰੀਤਮ ਮੇਰਾ ਸੰਗ ਰਾਈ। ਸਭ ਦਾ ਪਿਆਰਾ ਪਰਮਾਤਮਾ ਅਤੇ ਸਭ ਦਾ ਰਾਜਾ ਪ੍ਰਕਾਸ਼ ਪ੍ਰਭੂ ਸਦਾ ਹੀ ਮੇਰੇ ਨਾਲ ਅੰਗ ਸੰਗ ਵਸਦਾ ਹੈ। ਸੋ ਮਹਾਰਾਜ ਅਕਾਲ ਪੁਰਖ ਸਦਾ ਅੰਗ ਸੰਗੇ ਅਭੰਗੰ ਬਿਭੂਤੇ। ਜਿਸ ਲੈ ਦੇਖ ਹਉ ਜੀਵਾ ਮਾਈ। हे ਮਾਂ ਭਾਵ हे ਮਹਾਤਮਾ ਰੂਪ ਤੁਮ ਸਖੀ, ਜਿਸ ਪ੍ਰਭੂ ਨੂੰ ਵੇਖ ਕੇ ਮੈਂ ਜੀਵਨਾ ਕਰਦਾ ਹਾਂ। ਜਾ ਕਾ ਸਿਮਰਨ ਦੁਖ ਨਾ ਹੋਈ। ਜਿਸ ਪ੍ਰਭੂ ਦੇ ਸਿਮਰਨ ਕਰਕੇ ਜੰਮਣ ਮਰਨ ਦਾ ਦੁੱਖ ਪ੍ਰਾਪਤ ਨਹੀਂ ਹੁੰਦਾ। ਜੇ ਉਹਦਾ ਚਿੰਤਨ ਕਰਾਂਗੇ ਹਮੇਸ਼ਾ ਸੁਖੀ ਰਹਾਂਗੇ। ਕਰ ਦਇਆ ਮਿਲਾਵੋ ਤਿਸ ਹੈ ਮੋਇ। ਇਹ ਮਹਾਤਮਾ ਜਨੋਂ ਆਪਣੀ ਮਿਹਰ ਕਰਕੇ ਮੈਨੂੰ ਇਸ ਪ੍ਰਭੂ ਦੇ ਨਾਲ ਮਿਲਣਾ ਕਰੋ ਜੀ। ਮੇਰੇ ਪ੍ਰੀਤਮ ਪ੍ਰਾਨ ਆਧਾਰ ਮਨ। ਇਹ ਮੇਰੇ ਪਿਆਰੇ ਪ੍ਰਭੂ, ਤੂੰ ਮੇਰੇ ਪ੍ਰਾਣਾਂ ਦਾ ਅਤੇ ਮਨ ਦਾ ਆਸਰਾ ਰੂਪ ਹੈ। ਜੀਉ ਪ੍ਰਾਨ ਸਭ ਤੇਰੋ ਧਨ। ਮੇਰੀ ਜ਼ਿੰਦਗੀ, ਮੇਰੇ ਪ੍ਰਾਣ ਅਤੇ ਧਨ ਆਦਿ ਸਾਰਾ ਕੁਝ ਤੇਰਾ ਹੀ ਦਿੱਤਾ ਹੋਇਆ ਹੈ। ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਜਾ ਕਾ ਕੁਜ ਹੈ ਸੁਰ ਨਰ ਦੇਵਾ। ਜਿਸ ਪਰਮੇਸ਼ਰ ਨੂੰ ਸੁਰ ਦੇਵਤੇ, ਨਰ ਮਨੁੱਖ ਅਤੇ ਦੇਵ ਦੇਵੀ ਸੰਪਦਾ ਵਾਲੇ ਕੁਝ ਲੱਭ ਰਹੇ ਹਨ, ਇਸੇ ਪ੍ਰਕਾਰ ਜਾ ਕਾ ਕੁਜ ਹੈ ਸੁਰ ਨਰ ਦੇਵਾ। ਸੁਰ 33 ਕਰੋੜ ਦੇਵਤੇ, ਨਰ ਮਰਦ, ਸੂਰਮੇ ਅਤੇ ਦੇਵ ਵੱਡੇ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦੇਵਤੀ ਆਦਿਕ ਵੀ
ਜਿਸ ਪਰਮਾਤਮਾ ਨੂੰ ਲੱਭ ਰਹੇ ਹਨ। ਮਨ ਜਨ ਸੇਖ ਨਾ ਲਹਿ ਪੀਵਾ। ਮਨਨਸ਼ੀਲ ਮਹਾਤਮਾ ਜਨ ਭਗਤ ਤੇ ਸਿੱਖ ਬਿਰਧ ਜਾਤੀ ਵਾਲੇ ਮੁਸਲਮਾਨਾਂ ਵਿੱਚ ਉੱਤਮ ਜਾਤੀ ਵਾਲੇ ਜਿਸ ਦੇ ਸਰੂਪ ਦਾ ਭੇਤ ਨਹੀਂ ਜਾਣ ਸਕਦੇ। ਜਾ ਕੀ ਗਤ ਮਿਤ ਕਹੀ ਨਾ ਜਾਏ। ਜਿਸ ਪ੍ਰਭੂ ਦੀ ਗਤ ਪ੍ਰਾਪਤੀ ਦੀ ਮਿਤ ਮਰਿਆਦਾ ਕਿਸੇ ਕੋਲੋਂ ਵੀ ਕਹੀ ਆਖੀ ਨਹੀਂ ਜਾਂਦੀ। ਘਟ 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 ਰਹਿਆ ਸਮਾਈ। ਉਹ ਪ੍ਰਭੂ ਅੰਡਜ ਖਾਣੀ ਦੇ ਘਟ ਵਿੱਚ, ਜੀਰਜ ਖਾਣੀ ਦੇ ਘਟ ਵਿੱਚ, ਸੇਤਜ ਖਾਣੀ ਦੇ ਘਟ ਵਿੱਚ ਅਤੇ ਉਤਪਜ ਖਾਣੀ ਦੇ ਘਟ ਵਿੱਚ ਸਮਾ ਰਿਹਾ, ਲੀਨ ਹੋ ਰਿਹਾ ਹੈ। ਜਾਂ ਚੌਹਾਂ ਯੁੱਗਾਂ ਦੇ ਹਰੇਕ ਸਰੀਰਾਂ ਰੂਪ ਘੜੇ ਅੰਦਰ ਸਮਾ ਰਿਹਾ, ਵਿਆਪਕ ਹੋ ਰਿਹਾ ਹੈ। ਆਗੀ ਭਗਤ ਆਨੰਦਮੈ। ਜਿਸ ਪ੍ਰਭੂ ਦੇ ਸੇਵਕ ਆਨੰਦ ਸਰੂਪ ਹੋ ਗਏ ਹਨ, ਭਾਵ ਆਨੰਦ ਨਾਲ ਭਰਪੂਰ ਰਹਿੰਦੇ ਨੇ। ਜਾ ਕੀ ਭਗਤ ਕਉ ਨਾਹੀ ਖੈ। ਜਿਸ ਪ੍ਰਭੂ ਦੇ ਸੇਵਕਾਂ ਨੂੰ ਕੋਈ ਨਾਸ਼ ਨਹੀਂ ਕਰ ਸਕਦਾ। ਜਾ ਕੀ ਭਗਤ ਕਉ ਨਾਹੀ ਭੈ। ਜਿਸ ਪ੍ਰਭੂ ਦੇ ਸੇਵਕਾਂ ਨੂੰ ਕੋਈ ਵੀ ਡਰ ਨਹੀਂ ਵਿਆਪਦਾ। ਜਾ ਕੀ ਭਗਤ ਕਉ ਸਦਾ ਜੈ। ਜਿਸ ਪ੍ਰਭੂ ਦੇ ਭਗਤ ਸੇਵਕਾਂ ਨੂੰ ਸਦਾ ਹਮੇਸ਼ਾ ਜਿੱਤ ਦੀ ਪ੍ਰਾਪਤੀ ਹੁੰਦੀ ਹੈ। ਆਉ ਨੇ ਉਪਮਾ ਤੇਰੀ ਕਹੀ ਜਾਏ। ਹੇ ਪ੍ਰਭੂ, ਤੇਰੀ ਕਿਹੜੀ ਕਿਹੜੀ ਵਡਿਆਈ ਕਹੀ ਜਾਵੇ। ਸੁਖ ਦਾਤਾ ਪ੍ਰਭ ਰਹਿਉ ਸਮਾਈ। ਇਹ ਸੁਖ ਦੇਣ ਵਾਲੇ ਪ੍ਰਮਾਤਮਾ ਤੂੰ ਸਾਰਿਆਂ ਵਿੱਚ ਹੀ ਲੀਨ ਹੋ ਰਿਹਾ, ਵਿਆਪਕ ਹੋ ਰਿਹਾ ਹੈ। ਨਾਨਕ ਜਾਚੈ ਏਕ ਨਾਦਾਨ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਹੇ ਪ੍ਰਭੂ, ਨਾਨਕ ਜਾਚੈ ਏਕ ਦਾਨ। ਮੈਂ ਇੱਕ ਖੈਰਾਤ ਮੰਗਦਾ, ਇੱਕ ਦਾਨ ਮੰਗਦਾ ਹਾਂ ਆਪ ਜੀ ਦੇ ਪਾਸੋਂ। ਸੋ ਦਾਤ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਨਾਨਕ ਨਾਮ ਰਤੇ ਸੁਖ ਪਾਇਆ, ਦਰਗਹਿ ਜਾਪੈ ਸੇ। ਨਾਮ ਦਾ ਦਾਨ ਮੰਗਦਾ ਜੀ। ਜਾਚਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ ਦੇਵੋ ਹਰ ਨਾਮ। ਹਮ ਭੀਖਕ ਬੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਉਹ ਦਇਆਲ ਨਾਮ ਦੇਵ ਮੰਗਤ ਜਨ ਕੋ, ਸਦਾ ਰਹੂੰ ਰੰਗ ਰਾਤਾ। ਕਾਰ ਕਿਰਪਾ ਮੋਹਿ ਦੇਹੁ ਨਾਮ। ਤੂੰ ਆਪਣੀ ਕਿਰਪਾ ਮਿਹਰ ਕਰਕੇ ਮੈਨੂੰ ਆਪਣਾ ਨਾਮ ਦੇਣਾ ਕਰ ਦਾਨ ਦੇ ਵਿੱਚ। ਕਰਤਾ ਤੂੰ ਮੇਰਾ ਜਜਮਾਨ, ਇੱਕ ਦਖਣਾ ਹਉ ਤੈ ਪੈ ਮੰਗੂ, ਦੇਹ ਆਪਣਾ ਨਾਮ। ਬਸੰਤ ਮਹਲਾ ਪੰਜਵਾ। ਬਸੰਤ ਰਾਗ ਵਿੱਚ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ। ਮਿਲ ਪਾਣੀ ਜੋ ਹਰੇ ਬੂਟ। ਪਾਣੀ ਨਾਲ ਮਿਲ ਕੇ ਜਿਵੇਂ ਬੂਟੇ ਹਰੇ ਭਰੇ, ਪੌਦੇ ਹਰੇ ਭਰੇ ਹੋ ਜਾਂਦੇ ਹਨ। ਸਾਧ ਸੰਗਤ ਤਿਉ ਮੈਂ ਛੂਟ। ਤਿਵੇਂ ਹੀ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਨਾਲ ਮਿਲ ਕੇ ਹੰਗਤਾ ਮਮਤਾ ਛੁੱਟ ਜਾਂਦੀ ਹੈ ਅਤੇ ਆਨੰਦ ਦੇ ਨਾਲ ਹਰੇ ਭਰੇ ਹੋ ਜਾਈਦਾ ਹੈ। ਜਾਂ ਸ਼ੁਭ ਗੁਣਾ ਰੂਪੀ ਬੂਟੇ ਹਰੇ ਭਰੇ ਹੋ ਜਾਂਦੇ ਹਨ। ਜੈਸੀ ਦਾਸੇ ਧੀਰ ਮੀਰ। ਜਿਸ ਪ੍ਰਕਾਰ ਕਿਸੇ ਸੇਵਕ ਨੂੰ ਪਾਤਸ਼ਾਹ ਦੀ ਧੀਰਜਤਾ ਹੁੰਦੀ ਹੈ, ਭਾਵ ਪਾਤਸ਼ਾਹ ਦੇ ਆਸਰੇ ਉਹਨੂੰ ਕਿਸੇ ਪ੍ਰਕਾਰ ਦਾ ਦੁੱਖ ਪ੍ਰਾਪਤ ਨਹੀਂ ਹੁੰਦਾ। ਐਸੇ ਉਦਾਹਰਨ ਗੁਰ ਹੈ ਪੀਰ। ਇਸੇ ਪ੍ਰਕਾਰ ਜਿਹੜੇ ਪੂਜਨੀਕ ਗੁਰੂ ਸਾਹਿਬ ਨੇ, ਉਹ ਸੰਸਾਰ ਸਮੁੰਦਰ ਤੋਂ ਪਾਰ ਉਤਾਰਨ ਲਈ ਆਸਰਾ ਰੂਪ ਹੁੰਦੇ ਨੇ। ਜਾਂ ਹਿੰਦੂਆਂ ਦੇ ਗੁਰੂ ਤੇ ਮੁਸਲਮਾਨਾਂ ਦੇ ਪੀਰ ਸ੍ਰੀ ਗੁਰੂ ਨਾਨਕ ਦੇਵ ਜੀ ਜੀਵਾਂ ਦੀ ਉਧਾਰ ਕਰਨ ਲਈ ਆਸਰਾ ਰੂਪ ਹਨ। ਦਾਤੇ ਪ੍ਰਭ ਦੇਨਹਾਰ। हे ਪ੍ਰਭੂ, ਤੁਸੀਂ ਸਭ ਜੀਵਾਂ ਨੂੰ ਸਭ ਪਦਾਰਥ ਦੇਣ ਵਾਲੇ
ਨਮਸਕਾਰ। ਮੈਂ ਨਿਮਕ ਕਾਲ ਵਿੱਚ ਤੇ ਸਾਹਿਬ ਜੀ ਨੂੰ ਨਮਸਕਾਰ ਡੰਡੌਤ ਬੰਦਨਾ ਅਨੇਕ ਬਾਰ ਜਾਉ ਬਾਰ ਨਮਸਕਾਰ ਬਾ ਕਰਦਾ ਬੰਦਨਾ ਕਰਦਾ ਹਾਂ ਜੀ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਜਿਸ ਹੈ ਪ੍ਰਾਪਤ ਸਾਧ ਸੰਗ। ਜਿਸ ਮਨੁੱਖ ਨੂੰ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਪ੍ਰਾਪਤ ਹੋਈ ਹੈ। ਜਿਸ ਜਨ ਲਗਾ ਪਾਰ ਬ੍ਰਹਮ ਰੰਗ। ਤਿਸ ਮਨੁੱਖ ਦਾ ਪ੍ਰਭੂ ਦੇ ਨਾਲ ਪ੍ਰੇਮ ਲੱਗ ਜਾਂਦਾ ਹੈ। ਇਹ ਬੰਧਨ ਤੇ ਭਈ ਮੁਕਤ। ਜਿਨ੍ਹਾਂ ਨੂੰ ਪ੍ਰੇਮ ਲੱਗਾ ਹੈ ਤੇ ਉਹ ਮਨੁੱਖ ਕਰਤਾ ਭੋਗਤਾ ਹੰਗਤਾ ਮਮਤਾ ਦੇ ਬੰਧਨ ਜੰਜਾਲਾਂ ਤੋਂ ਮੁਕਤ ਹੋਏ ਹਨ। ਭਗਤ ਰਤ ਹੈ ਜੁਗ ਜੁਗਤ। ਉਹ ਜੁੜਨੇ ਜੋਗ ਪ੍ਰਭੂ ਦੀ ਭਗਤੀ ਦੀ ਜੁਗਤੀ ਕਰਕੇ ਸੇਵਕ ਜਨ ਪ੍ਰਭੂ ਨੂੰ ਆਰਾਧਨਾ ਕਰਦੇ ਹਨ। ਜਾਂ ਹਠ ਜੋਗ ਰਾਜ ਜੋਗ ਲੈ ਜੋਗ ਮੰਤਰ ਜੋਗ ਆਦਿਕ ਨੂੰ ਛੱਡ ਕੇ ਭਗਤ ਜੋਗ ਦੀ ਜੁਗਤੀ ਦੁਆਰਾ ਆਰਾਧਨਾ ਕਰਦੇ ਹਨ। ਨੇਤਰ ਸੰਤੋਖੇ ਦਰਸ ਪੀਠ। ਪ੍ਰਭੂ ਦੇ ਸਰਗੁਣ ਸਰੂਪ ਦੇ ਦਰਸ਼ਨ ਵੇਖ ਕੇ ਉਹਨਾਂ ਦੇ ਪ੍ਰਤੱਖ ਨੇਤਰ ਸੰਤੁਸ਼ਟ ਹੋਏ ਹਨ। ਜਾਂ ਮਨ ਬੁੱਧਰੂਪ ਨੇਤਰ ਸਚਿਤ ਅਨੰਦ ਸਰੂਪ ਦੇ ਦਰਸ਼ਨ ਕਰਕੇ ਸੰਤੁਸ਼ਟ ਹੋਏ ਨੇ। ਜਾਂ ਪ੍ਰੋਖ ਅਤੇ ਅਪਰੋਖ ਗਿਆਨ ਰੂਪੀ ਨੇਤਰ ਸਵੈ ਅਨੁਭਵ ਸਰੂਪ ਦੇ ਦਰਸ਼ਨ ਵੇਖ ਕੇ ਸੰਤੁਸ਼ਟ ਹੋਏ ਹਨ। ਰਸਨਾ ਗਾਏ ਗੁਣ ਅਨੇਕ। ਉਹ ਭਗਤ ਜਨ ਆਪਣੀ ਰਸਨਾ ਜ਼ਬਾਨ ਦੁਆਰਾ ਵੀ ਪ੍ਰਭੂ ਦੇ ਬੇਅੰਤ ਗੁਣਾਂ ਨੂੰ ਗਾਉਣਾ ਕਰਦੇ ਹਨ। ਰਸਨਾ ਬੁਝੀ ਗੁਰ ਪ੍ਰਸਾਦ। ਗੁਰਾਂ ਦੀ ਕਿਰਪਾ ਕਰਕੇ ਉਹਨਾਂ ਦੇ ਅੰਦਰੋਂ ਰਸਾਂ ਦੀ ਤ੍ਰਿਸ਼ਨਾ ਬੁਝ ਗਈ ਹੈ। ਮਨ ਆਗਾਨਾ ਹਰ ਰਸ ਹੈ ਸਵਾਦ। ਹਰੀ ਪ੍ਰਮਾਤਮਾ ਦੇ ਨਾਮ ਰਸ ਦੇ ਸਵਾਦ ਵਿੱਚ ਉਹਨਾਂ ਦਾ ਮਨ ਤ੍ਰਿਪਤ ਹੋਇਆ ਹੈ। ਸੇਵਕ ਲਾਗੋ ਚਰਨ ਸੇਵਾ। ਇਹ ਪ੍ਰਭੂ ਮੈਂ ਦਾਸ ਤੇਰੇ ਚਰਨਾਂ ਦੀ ਸੇਵਾ ਇਹਲ ਵਿੱਚ ਲੱਗਾ ਹੋਇਆ ਹਾਂ। ਆਦ ਪੁਰਖ ਪਰੰਪਰ ਦੇਵਾ। ਇਹ ਪ੍ਰਭੂ ਤੂੰ ਸੰਸਾਰ ਦਾ ਮੁੱਢ ਰੂਪ ਵਿਆਪਕ ਪ੍ਰਕਿਰਤੀ ਤੋਂ ਪਰੇ ਅਤੇ ਪ੍ਰਕਾਸ਼ ਰੂਪ ਹੈ। ਸਗਲ ਉਦਾਹਰਣ ਤੇਰੂ ਨਾਮ। ਇਹ ਪ੍ਰਭੂ ਤੇਰਾ ਨਾਮ ਹੀ ਸਾਰੇ ਸੰਸਾਰ ਦਾ ਪਾਰ ਉਤਾਰਾ ਕਰਨੇ ਵਾਲਾ ਹੈ। ਨਾਨਕ ਪਾਇਓ ਇਹੋ ਨਿਦਾਨ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਤੇਰਾ ਇਹ ਨਾਮ ਦਾ ਖਜ਼ਾਨਾ ਅਸਾਂ ਨੇ ਗੁਰਾਂ ਦੁਆਰਾ ਪਾਉਣਾ ਕੀਤਾ ਹੈ। ਬਸੰਤ ਮਹਲਾ ਪੰਜਵਾ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਬਸੰਤ ਰਾਗ ਵਿੱਚ ਸ਼ੋਭਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ। ਬਾਟਦਾ ਤੇ ਦੇ ਰਹੇ। ਇਹ ਪ੍ਰਭੂ ਜੀ ਤੁਸੀਂ ਵੱਡੇ ਦਾਤਾਰ ਹੋ ਅਤੇ ਸਭ ਜੀਵਾਂ ਨੂੰ ਦਾਤਾਂ ਦੇ ਰਹੇ ਹੋ। ਜੀ ਪ੍ਰਾਣ ਮਹਿ ਰਵ ਰਹੇ। ਸਾਰੇ ਜੀਵਾਂ ਦੇ ਸਵਾਸਾਂ ਵਿੱਚ ਵਿਆਪਕ ਹੋ ਰਹੇ ਹੋ। ਜਿਨੇ ਸਗਲੇ ਭੋਜਨ ਖਾਣਾ। ਇਹ ਪ੍ਰਭੂ ਤੂੰ ਸਾਰੇ ਜੀਆਂ ਜਨਤਾ ਨੂੰ ਉਹਨਾਂ ਦੀ ਖੁਰਾਕ ਅਨੁਸਾਰ ਖਾਣ ਲਈ ਪੀਣ ਲਈ ਭੋਜਨ ਪਦਾਰਥ ਦੇਣਾ ਕੀਤੇ ਨੇ। ਵੇਖੋ ਮੱਛੀ ਨੂੰ ਜਾਲਾ ਦਿੱਤਾ ਹੈ, ਸੱਪ ਤੇ ਚੂਹਿਆਂ ਨੂੰ ਮਿੱਟੀ ਹੋਈ ਦੇ ਦਿੱਤੀ ਹੈ। ਆ ਜਿਹੜੀਆਂ ਕੀੜੀਆਂ ਨੇ ਵੇਖੋ ਧਰਤੀ ਦੇ ਵਿੱਚ ਹੀ ਰਹਿੰਦੀਆਂ, ਉਹ ਆਪਦਾ ਵੱਖਰਾ ਹੀ ਖਾਣਾ ਪੀਣਾ। ਸੈਲ ਪੱਥਰ ਮੈਂ ਜਨਮ ਦਿਓ ਪਾਏ ਤਾਂ ਕਰ ਜਿਗਿਆ ਕੇ ਕਰ ਤਰਿਆ। ਪੱਥਰ ਵਾਲੇ ਜੀਵਾਂ ਨੂੰ ਸ਼ੱਕਰ ਕੋੜ ਜੀਆਂ ਨੂੰ ਉਹਨਾਂ ਦੇ ਵਿੱਚ ਸ਼ੱਕਰ ਪੈਦਾ ਕਰ ਦਿੱਤੀ। ਆ ਸੁਸਰੀਆਂ ਕੀੜੇ ਕਾਢੇ ਅਨਾਜ ਦੇ ਵਿੱਚ ਬਣਾ ਦਿੱਤੇ। ਮਨੁੱਖਾਂ ਨੂੰ 36 ਪ੍ਰਕਾਰ ਦੇ ਭੋਜਨ ਖਾਣ ਵਾਸਤੇ ਹੈਰਾਨੀ ਹੁੰਦੀ ਹੈ ਕਿ ਉਹਨਾਂ ਕੁਝ ਖਾਧਾ ਨਹੀਂ ਜਾਂਦਾ। ਉਹ ਪਲੇਟਾਂ
ਮਖੌਲ ਜਿਹੇ ਵਾਲੀਆਂ ਹੁੰਦੀਆਂ ਨੇ। ਸੋ ਜਿਸ ਤਰ੍ਹਾਂ ਕਿਸੇ ਅਣਜਾਣ ਨੇ ਉਹ ਕੋਈ ਉਹਦੀ 'ਚ ਕੋਲੀ ਨਹੀਂ, ਕੋਈ ਖਾਣਾ ਨਹੀਂ, ਪਦਾਰਥ ਇੰਨੇ ਜ਼ਿਆਦਾ ਹੁੰਦੇ ਨੇ ਵੀ ਪਾ ਕੇ ਖਾਣ ਵਾਲੀਆਂ ਪਲੇਟਾਂ ਉਹ ਛੋਟੀਆਂ ਬਹਿ ਜਾਂਦੀਆਂ ਨੇ। ਆ ਵਿਆਹਾਂ ਸ਼ਾਦੀਆਂ 'ਤੇ ਇੰਨਾ ਕੁਛ ਮਹਾਰਾਜ ਵੇਖੋ ਜੀਆਂ ਨੂੰ ਖਾਣ ਪੀਣ ਨੂੰ ਦਿੰਦੇ ਨੇ। ਕਿੰਨੇ ਬਾਜ਼ਾਰ ਵੇਖੋ ਮਠਿਆਈਆਂ ਦੇ ਨਾਲ ਦੁਕਾਨਾਂ ਭਰੀਆਂ ਪਈਆਂ ਨੇ। ਕਦੇ ਕੋਈ ਪਦਾਰਥ ਵਿਕ ਰਿਹਾ, ਕਦੇ ਕੋਈ ਵਿਕ ਰਿਹਾ ਹੈ। ਖਾਣ ਵਾਲੇ ਬੰਦੇ ਫਤਿਹ ਬੁਲਾ ਕੇ ਤੁਰੇ ਜਾ ਰਹੇ ਨੇ। ਤਾਂ ਇਸ ਲਈ ਇਹ ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਦਾਤ ਹੈ। ਅੰਨ ਖਾਣਾ, ਕੱਪੜ ਪਹਿਨਣ ਦੀ ਹੈ। ਖਾਣ ਲਈ ਅੰਨ ਦਿੱਤਾ ਹੈ, ਪਹਿਨਣ ਲਈ ਕੱਪੜੇ ਦਿੱਤੇ ਨੇ। ਰਸ ਅੰਨ ਭੋਗਾਣੀ, ਅਨੇਕਾਂ ਰਸ ਭੋਗਣ ਲਈ ਬਖਸ਼ਿਸ਼ ਕੀਤੇ ਨੇ। ਪਰ ਜਿਨ ਦੀਏ ਸੋ ਚੇਤਨਾ ਆਵੇ। ਜਿਸ ਵਾਹਿਗੁਰੂ ਨੇ ਸਭ ਕੁਝ ਦਿੱਤਾ ਹੋਇਆ ਹੈ ਉਹ ਸਾਡੇ ਚੇਤੇ 'ਚ ਨਹੀਂ ਆਉਂਦਾ। ਪਸ਼ੂ ਹੋ ਕਰ ਜਾਣੀ, ਇਹ ਪਸ਼ੂ ਬਿਰਤੀ ਵਾਲਾ ਪਛੜਿਆ ਮਨੁੱਖ ਮੈਂ ਮੇਰੀ ਕਰਕੇ ਅਪਣਤ ਕਰਦਾ ਹੈ ਕਿ ਮੈਂ ਹੀ ਸਭ ਕੁਝ ਕਰ ਕਰਾ ਰਿਹਾ ਹਾਂ। ਇਉਂ ਦੇਣ ਵਾਲਾ ਵਾਹਿਗੁਰੂ ਖਾਣ ਪੀਣ ਲਈ ਸਾਰੇ ਮਨੁੱਖਾਂ ਨੂੰ ਵੀ ਦੇਣਾ ਕਰਦਾ ਹੈ। ਜੀ ਪ੍ਰਾਣ ਮਹਿ ਰਵ ਰਹੇ, ਮੋਹਿ ਨਿਰਗੁਣ ਇਕ ਗੁਣ ਨਾ ਜਾਣਾ। ਵਾਹਿਗੁਰੂ ਤਾਂ ਦੇਣ ਵਾਲਾ ਸਾਰੇ ਭੋਜਨ ਖਾਣ ਪੀਣ ਦੇ ਪਦਾਰਥ ਦੇ ਰਿਹਾ, ਪਰ ਮੈਂ ਗੁਣਾਂ ਤੋਂ ਹੀਣ ਨੇ ਤੇਰਾ ਇੱਕ ਵੀ ਗੁਣ ਨਹੀਂ ਜਾਣਨਾ ਕੀਤਾ। ਕਛੂ ਨਾ ਜਾਣਾ ਤੇਰੀ ਸਾਰ। ਹੇ ਪ੍ਰਭੂ ਮੈਂ ਤੇਰੀ ਪ੍ਰਾਪਤੀ ਦੀ ਖਬਰ ਨੂੰ ਕੁਛ ਵੀ ਨਹੀਂ ਜਾਣਦਾ। ਸੋ ਹੇ ਵਾਹਿਗੁਰੂ ਤੂੰ ਕਰ ਗਤ ਮੇਰੀ ਪ੍ਰਭ ਦਇਆਰ। ਹੇ ਦਿਆਲੂ ਪ੍ਰਭੂ ਤੂੰ ਮੇਰੀ ਗਤ ਕਲਿਆਣ ਕਰਨਾ ਕਰ। ਰਹਾ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਜਾਪ ਨਾ ਤਾਪ ਨਾ ਕਰਮ ਕੀਤਾ। ਹੇ ਪ੍ਰਭੂ ਨਾ ਹੀ ਮੈਂ ਬਾਣੀ ਕਰਕੇ ਜਾਪ ਕੀਤਾ, ਸਰੀਰ ਕਰਕੇ ਤਪੱਸਿਆ ਵੀ ਨਹੀਂ ਕੀਤੀ, ਅਤੇ ਨਾ ਹੀ ਕੋਈ ਨਿਸ਼ਕਾਮ ਕਰਮ ਕੀਤੇ ਨੇ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰੱਖੋ ਸਰਮਾ। ਆਵੈ ਨਾਹੀ ਕਛੂਰੀ ਤਾ। ਹੇ ਪ੍ਰਭੂ ਮੈਨੂੰ ਕਿਸੇ ਜਪ ਤਪ ਯੋਗਾ ਅਭਿਆਸ ਆਦਿ ਸਾਧਨਾਂ ਦੀ ਕੁਝ ਵੀ ਰੀਤੀ ਮਰਿਆਦਾ ਵੀ ਨਹੀਂ ਆਉਂਦੀ ਹੈ। ਮਨ ਮਹਿ ਰੱਖੋ ਆਸ ਏਕ। ਹੇ ਪ੍ਰਭੂ ਮੈਂ ਆਪਣੇ ਮਨ ਹਿਰਦੇ ਵਿੱਚ ਇੱਕ ਹੀ ਆਸ ਰੱਖਦਾ ਹਾਂ ਕਿ ਨਾਮ ਤੇਰੇ ਕੀ ਤਰਾਉ ਟੇਕ। ਤੇਰੇ ਨਾਮ ਦੀ ਓਟ ਕਰਕੇ ਮੈਂ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵਾਂਗਾ। ਸਰਬ ਕਲਾ ਪ੍ਰਭ ਤੁਮ ਪ੍ਰਵੀਨ। ਹੇ ਪ੍ਰਭੂ ਤੂੰ ਸਾਰੀਆਂ ਸ਼ਕਤੀਆਂ ਕਰਕੇ ਸਿਆਣਾ ਹੈ। ਅੰਤ ਨ ਪਾਵਹਿ ਜਲ ਹੈ ਮੀਨ। ਜਿਵੇਂ ਮੱਛੀ ਪਾਣੀ ਦਾ ਅੰਤ ਨਹੀਂ ਪਾ ਸਕਦੀ, ਇਉਂ ਤੂੰ ਚੇਤਨ ਰੂਪ ਪਾਣੀ ਦੀ ਨਿਆਈ ਹੈ। ਔਰ ਅਸੀਂ ਤੇਰੇ ਸਰੂਪ 'ਚ ਰਹਿਣ ਵਾਲੇ ਜੀਵ ਤੇਰਾ ਅੰਤ ਨਹੀਂ ਪਾ ਸਕਦੇ। ਅੰਤ ਨਾ ਅੰਤ ਸਦਾ ਬੇਅੰਤ, ਕਹੋ ਨਾਨਕ ਉੱਚ ਉੱਚ। ਆਗਮ ਆਗਮ ਉੱਚ ਹੈ ਤੇ ਉੱਚ। ਹੇ ਪ੍ਰਭੂ ਤੂੰ ਸ਼ਾਸਤਰਾਂ ਕਰਕੇ ਵੀ ਅਗਮ ਗਮਤਾ ਤੋਂ ਰਹਿਤ, ਮਨ ਬਾਣੀ ਸਰੀਰ ਕਰਕੇ ਵੀ ਗਮਤਾ ਤੋਂ ਰਹਿਤ ਹੈ, ਅਤੇ ਉੱਚੇ ਬ੍ਰਹਮਾਦਿਕਾ ਤੋਂ ਵੀ ਉੱਚਾ ਹੈ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਉ, ਅਤ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਕੋਟ 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 ਲੱਖ ਧਾਵੈ, ਇੱਕ ਤਿਲ ਤਾਕਾ ਮਹਿਲ ਨਾ ਪਾਵੈ। ਸੁਹਾਵੀ ਕਹੁਨ ਸੋ ਵੇਲਾ, ਜਿਤ ਪ੍ਰਭ ਮੇਲਾ। ਹਮ ਥੋਰੇ ਤੁਮ
ਬਹੁਤ ਮੂਜ। ਅਸੀਂ ਥੋੜੇ ਜਿਹੇ ਹਾਂ, ਤੁਸ਼ ਹਾਂ, ਤੇ ਤੂੰ ਬਹੁਤ ਹੀ ਵਿਸਤਾਰ ਵਾਲਾ, ਵਿਸ਼ੇਸ਼ ਕਰਕੇ ਬਹੁਤ ਵੱਡਾ ਹੈ। ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ ਨਾ, ਨਿੱਕੀ ਜੀ ਮੇਰੀ ਮੱਤ ਹੈ। ਪਲ ਹੈ ਅਗਰਤ ਕਣਾ, ਪੂਰਨ ਦ੍ਰਿਸ਼ਟ ਤੇਰੀ ਰਾਮ, ਤੇਰੀ ਦ੍ਰਿਸ਼ਟੀ ਸਾਰਿਆਂ ਤੇ ਪੂਰਨ ਪੈ ਰਹੀ ਹੈ, ਨਿਗਾਹ ਭਰ ਕੇ ਸਭਨਾਂ ਵੱਲ ਵੇਖ ਰਿਹਾ। ਤੇ ਮਹਾਰਾਜ ਸਾਨੂੰ ਕਿਰਤ ਕਣਾ ਕੋ ਪਾਲਦਾ, ਪ੍ਰਭ ਨਾਨਕ ਸਤਿਗੁਰ ਅਕਿਰਤ ਕਣਾ ਨੂੰ ਪਾਲਦਾ ਤੇ ਨਾਨਕ ਸਤ ਬਖਸ਼ਿੰਦ। ਇਹ ਪ੍ਰਭੂ ਤੂੰ ਅਕਿਰਤ ਕਣਾ ਸਾਡੇ ਵਰਗਿਆਂ ਨੂੰ ਵੀ ਪਾਲਣਾ ਕਰਦਿਆ ਹੈ, ਤੂੰ ਬਖਸ਼ਿਸ਼ਾਂ ਕਰਨੇ ਵਾਲਾ ਹੈ। ਐਸਾ ਤੂੰ ਵੱਡਾ ਤੇ ਉੱਚਾ ਬੇਅੰਤ ਗੁਣਾਂ ਦਾ ਮਾਲਕ ਹੈ। ਮਹਾਰਾਜ ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸਾਹਾਂ ਪਾਤਸ਼ਾਹੋ, ਨੇਚਰ ਚੌਰ ਸ਼ਬਦ। ਪੌੜੀ ਵੱਡੀ ਹੋ ਵੱਡਾ ਅਪਾਰ ਤੇਰਾ ਮਰਤਬਾ, ਰੰਗ ਬਰੰਗ ਅਨੇਕ ਨ ਜਾਪਨ ਕਰਤਬਾ। ਜੀ ਅੰਦਰ ਜੀਓ ਸਭ ਕੇ ਜਾਣਦਾ, ਸਭ ਕੁਛ ਤੇਰਾ ਵਸ, ਤੇਰਾ ਘਰ ਭਲਾ, ਤੇਰਾ ਘਰ ਆਨੰਦ, ਵਧਾਈ ਤੁਧ ਘਰ, ਮਾਨ ਮਹੱਤਾ ਤੇਰ ਆਪਣਾ ਆਪ ਜਾ। ਸਰਬ ਕਲਾ ਭਰਪੂਰ ਦੱਸੈ ਜਤ ਕਥਾ, ਨਾਨਕ ਦਾਸਨ ਦਾਸ ਤਦੀ ਆਗਿਆ ਬਿਨ ਬਤਾ। ਹਮ ਥੋੜੇ, ਹਮ ਨਾਨੇ ਨਿੱਕੇ ਜਿਹੇ ਛੋਟੇ ਜਿਹੇ ਕੀੜੇ, ਨੀਚ ਨੀਵੇਂ ਹਾਂ, ਤੁਮੇ ਬੜ ਸਾਹਿਬ, ਤੂੰ ਬਹੁਤ ਵੱਡਾ ਮਾਲਕ ਹੈ। ਹਮ ਕੀੜੇ ਕਿਰਮ ਤੁਮ ਨਸ਼ੇ, ਮਹਾਰਾਜ ਛੋਟੇ ਜਿਹੜੇ ਕੀੜੇ ਦੀ ਤਰ੍ਹਾਂ ਹਾਂ, ਤੇਰੇ ਦੁਆਰੇ ਤੇ ਅਸੀਂ ਤੁਰੇ ਫਿਰਦੇ ਆ। ਤੂੰ ਬਹੁਤ ਵੱਡੇ ਵਿਸਤਾਰ ਵਾਲਾ ਹੈ। ਜਿਨ ਤੂੰ ਧਿਆਇਆ ਸੇ ਗਾਨੀ, हे ਪ੍ਰਭੂ ਜਿਨ੍ਹਾਂ ਨੇ ਤੈਨੂੰ ਧਿਆਇਆ ਸਿਮਰਨਾ ਕੀਤਾ, ਉਹੀ ਤੇਰੀ ਗਿਣਤੀ ਵਿੱਚ ਨੇ, ਬਾਕੀ ਕਿਸੇ ਗਿਣਤੀ ਵਿੱਚ ਨਹੀਂ ਹਨ। ਜੇ ਜੁਗ 4000 ਜਾਂ ਹੋਰ ਸੁਣੀ ਹੋਏ, ਨਵਾਂ ਖੰਡਾ ਵਿੱਚ ਜਾਣੀ ਹੈ, ਨਾਲ ਚੱਲੇ ਸਭ ਕੋਏ, ਚੰਗਾ ਨਾਮ ਰਖਾਇਕ, ਜਸ ਕੀਰਤ ਜਗ ਲੈ। ਜੇ ਤਿਸ ਨਦਰ ਨਾ ਆਇਆ ਬਈ, ਤਾਂ ਬਾਤ ਨਾ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸਤ ਹੈ। ਤੋ ਇਸ ਲਈ ਇਹ ਮਹਾਰਾਜ ਉਹ ਕਿਸੇ ਗਿਣਤੀ ਵਿੱਚ ਨਹੀਂ, ਜਿਨ੍ਹਾਂ ਨੇ ਤੈਨੂੰ ਨਹੀਂ ਪਾਉਣਾ ਕੀਤਾ। ਸੋ ਜਿਨ੍ਹਾਂ ਨੇ ਤੈਨੂੰ ਧਿਆਇਆ ਅਸਲ ਉਹੀ ਗਿਣਤੀ ਵਿੱਚ ਹਨ। ਜਿਨ ਤੂੰ ਪਾਇਆ ਸੇ ਧਨੀ, ਜਿਨ੍ਹਾਂ ਨੇ ਤੈਨੂੰ ਪਾਇਆ ਅਸਲ ਉਹੀ ਧਨਵਾਨ ਨੇ, ਸ਼ਾਹੂਕਾਰ ਨੇ। ਪਾਕਠੜੇ ਹਰ ਸੰਤ ਤੁਮਹਾਰੇ, ਹੇ ਵਾਹਿਗੁਰੂ ਤੇਰੇ ਜਿਹੜੇ ਸੰਤ ਨੇ ਉਹ ਸ਼ਾਹੂਕਾਰ ਨੇ। ਜਿਨ ਘਰ ਧਨ ਹਰ ਨਾਮ, ਜਿਨ੍ਹਾਂ ਦੇ ਹਿਰਦੇ ਘਰ ਨਾਮ ਧਨ ਨਾਲ ਭਰੇ ਹੋਏ ਨੇ। ਪ੍ਰਮਾਣ ਗਣੀ ਸੇ ਇਹ ਆਏ, ਉਹੀ ਆਏ ਇੱਥੇ ਪ੍ਰਮਾਣਿਕ ਨੇ। ਸਫਲ ਤਿਨਾਂ ਕੇ ਕੰਮ, ਉਹਨਾਂ ਦੇ ਭਗਤੀ ਕਥਾ ਕੀਰਤਨ ਦੇ ਕੰਮ ਕੀਤੇ ਸਫਲ ਨੇ, ਸੇਵਾ ਸਿਮਰਨ ਦੇ। ਮੇਰੇ ਰਾਮ ਹਰ ਜਨ ਕੈ ਹੂੰ ਬਲ ਜਾਈ, ਕੇਸਾ ਕਾਕਰ ਚਵਰ ਢੋਲਾਵਾ, ਚਰਨ ਧੂੜ ਮੁਖ ਲਾਈ। ਜਿਨ ਤੂੰ ਸੇਵਿਆ ਸੁਖੀ ਸੇ, हे ਪ੍ਰਭੂ ਜਿਨ੍ਹਾਂ ਨੇ ਤੈਨੂੰ ਸੇਵਨਾ ਕੀਤਾ, ਉਹ ਲੋਕ ਪਰਲੋਕ ਵੀ ਸੁਖ ਦੇ ਸਹਿਤ ਹੋਏ ਹਨ। ਸੰਤ ਸਰਣ ਨਾਨਕ ਪਾਰੇ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਐਸੇ ਸ਼ਾਂਤ ਚਿਤ ਮਹਾਤਮਾ ਜਿਨ੍ਹਾਂ ਦੀ ਓਟ ਵਿੱਚ ਅਸੀਂ ਪਏ ਹੋਏ ਹਾਂ। ਸੰਤ ਮਹਲਾ ਪੰਜਵਾ। ਬਸੰਤ ਰਾਗ ਵਿੱਚ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ। ਇਸ ਤੂੰ ਸੇਵਾ ਜਿਨ ਤੂੰ ਕੀਆ, ਇਹ ਜੀਵ ਤੂੰ ਤਿਸ ਪ੍ਰਭੂ ਨੂੰ ਸੇਵਨਾ ਸਿਮਰਨਾ ਕਰ, ਜਿਸ ਪ੍ਰਭੂ ਨੇ ਤੈਨੂੰ ਪੈਦਾ ਕੀਤਾ ਹੈ। ਇਸ ਆਰਾਧ ਜਿਨ ਜੀਉ ਦੀਆ, ਤੂੰ ਜਿਸ ਪ੍ਰਭੂ ਨੂੰ ਅਰਾਧਨਾ ਕਰ, ਜਿਸ ਪ੍ਰਭੂ ਨੇ ਤੈਨੂੰ ਜੀਵਨ ਦਿੱਤਾ, ਸੂਖਮ ਸਥੂਲ ਸਰੀਰ ਦੇਣਾ ਕੀਤਾ ਹੈ। ਇਸ ਕਾ ਚਾਕਰ ਹੋਏ ਫਿਰ ਡਾਨ ਨਾ ਲੱਗੈ। ਇਹ ਭਾਈ ਤਿਸ ਪ੍ਰਭੂ ਦਾ ਚਾਕਰ ਸੇਵਕ ਹੋਣਾ ਕਰ,
ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ। ਜਿਸ ਕਰਕੇ ਤੈਨੂੰ ਫਿਰ ਜਮਦੂਤਾਂ ਦਾ ਡਰ ਨਹੀਂ ਲੱਗੇਗਾ। ਐਵੇਂ ਹਰੇਕ ਅੱਗੇ ਵਿੱਚ ਕਰਨ ਦਾ, ਤਰਲੇ ਮਾਰਨ ਦਾ, ਮਗਰ ਮਗਰ ਫਿਰਨ ਦਾ ਕੋਈ ਲਾਭ ਨਹੀਂ, ਕੋਈ ਫਾਇਦਾ ਨਹੀਂ। ਹਰੇਕ ਦੀਆਂ ਚੱਪਲਾਂ ਝਾੜੀ ਜਾਣੀਆਂ, ਪਿੱਛੇ ਪਿੱਛੇ ਤੁਰੇ ਫਿਰਨਾ, ਕਾਰ ਦੀ ਬਾਰੀ ਖੋਲ੍ਹਣੀ, ਗੇਟ ਖੋਲ੍ਹਣਾ, ਅੱਗੇ ਪਿੱਛੇ ਪਾਣੀ ਦਾ ਪਿਆਲਾ ਲੈ ਲੈ ਤੁਰੇ ਫਿਰਨਾ, ਅਗਲਾ ਭਾਵੇਂ ਵੇਖੇ ਵੀ ਨਾ, ਐਵੇਂ ਸਤਿ ਸ੍ਰੀ ਅਕਾਲ ਬੁਲਾਈ ਜਾਣੀ। ਮੈਂ ਤਾਂ ਵੇਖਿਆ ਵੀ ਜਦੋਂ ਕਿਤੇ ਫੋਨ ਵੀ ਸੁਣੀਏ, ਪਹਿਲਾਂ ਫਤਿਹ ਬੁਲਾ ਦੇਈਦੀ ਸੀ, ਫਿਰ ਮੈਂ ਸੋਚਿਆ ਵੀ ਮਨਾ ਕੀਤਾ ਕੌਣ ਕਰ ਰਿਹਾ, ਅਗਲਾ ਬੁਲਾਵੇ ਹੀ ਨਾ। ਫਤਿਹ ਕੋਈ ਐਵੇਂ ਥੋੜ੍ਹਾ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੈ, ਜਦ ਅੱਗਾ ਬੁਲਾਉਂਦਾ ਹੀ ਨਹੀਂ, ਪਹਿਲਾਂ ਵੇਖੋ ਤਾਂ ਸਹੀ ਵੀ ਬੋਲਦਾ ਕੌਣ ਹੈ। ਇਸ ਕਰਕੇ ਫਿਰ ਹਾਂਜੀ ਕਹਿਣਾ ਹੀ ਸ਼ੁਰੂ ਕਰ ਦਿੱਤਾ। ਉਹ ਵੈਸੇ ਜਿਹਨੇ ਅੰਗਾਂ ਦਾ ਸਾਡਾ ਸੁਭਾਅ ਹੀ ਹੈ ਵੀ ਫਤਿਹ ਬੁਲਾਉਣਾ ਕੋਈ ਮਾੜੀ ਗੱਲ ਨਹੀਂ, ਮੁੱਖੋਂ ਵਾਹਿਗੁਰੂ ਨਿਕਲਦਾ, ਕੋਈ ਨਾ ਬੁਲਾਵੇ ਭਾਵੇਂ ਨਾ ਬੁਲਾਵੇ, ਉਹਦੀ ਆਪਦੀ ਮਰਜ਼ੀ ਹੈ, ਆਪਦੀ ਜ਼ੁਬਾਨ ਦਾ ਸਫ਼ਰ ਕਰੋ। ਪਰ ਕਈ ਵਾਰ ਗੁੱਸਾ ਤਾਂ ਆਉਂਦਾ ਹੀ ਹੈ ਵੀ ਅਗਲਾ ਤਾਂ ਵੇਂਦਾ ਵੀ ਨਹੀਂ, ਆਪਾਂ ਫਤਿਹ ਬੁਲਾਈ ਜਾਂਦੇ ਹਾਂ। ਇਸ ਵਾਸਤੇ ਜਿਹੜਾ ਰੱਬ ਸਾਨੂੰ ਦੇ ਰਿਹਾ ਹੈ, ਬਚਪਨ ਤੋਂ ਲੈ ਕੇ ਅੱਜ ਤੱਕ ਵੇਖੋ ਸਾਨੂੰ ਭੁੱਖਾ ਨਹੀਂ ਸੌਣ ਦਿੱਤਾ, ਰੱਜ ਕੇ ਸਮਾਉਂਦਾ ਹੈ। ਕੱਪੜੇ ਲੀੜੇ ਮਾਇਆ ਤੇਲਾ ਸਭ ਕੁਛ ਵਾਹਿਗੁਰੂ ਦੇ ਰਿਹਾ, ਉਹਦਾ ਤਾਂ ਨਾਮ ਜਪਣਾ ਨਹੀਂ, ਉਹਦਾ ਧੰਨਵਾਦ, ਉਹਦੀ ਅਰਦਾਸ ਕਰਨੀ ਵੀ ਨਹੀਂ। ਤੋ ਮਾਨੋ ਕੀ ਟੇਕ ਬ੍ਰਿਤੀ ਸਭ ਜਾਣ, ਬੰਦਿਆਂ ਦੇ ਪਿੱਛੇ ਉਹਨਾਂ ਦੀ ਆਸ ਲਾ ਕੇ ਤੁਰੇ ਫਿਰਨਾ, ਇਹਦਾ ਕੋਈ ਮੇਰੇ ਖਿਆਲ ਮੁਤਾਬਕ ਲਾਭ ਨਹੀਂ ਹੈ। ਇੱਕ ਵਾਰ ਉਹ ਮੈਨੂੰ ਯਾਦ ਹੈ ਵੀ ਛੋਟੀ ਉਮਰ 'ਚ ਰਿਸ਼ਤੇਦਾਰੀ ਦੇ ਵਿੱਚ ਬੰਦੇ ਨੂੰ ਜਾਣਾ ਹੀ ਪੈਂਦਾ, ਗਏ ਤਾਂ ਹੋਰ ਕੰਮ ਸੀਗੇ, ਉਹ ਕਹਿੰਦੇ ਚਲੋ ਬਈ, ਮੈਂ ਕਿਹਾ ਚਲੋ, ਨਿਆਣਿਆਂ ਨੂੰ ਕੀ ਪਤਾ। ਜਿੰਦਾਬਾਦ ਜਿੰਦਾਬਾਦ MC ਦੀਆਂ ਵੋਟਾਂ, ਤੇ ਕਿਸੇ ਗੁਰਮੁਖ ਨਾਮਧਾਰੀ ਦੇ ਘਰ ਅੱਗੇ ਖਲੋ ਕੇ ਉਹ ਕਿਤੇ ਸਾਡੇ ਵਿੱਚੋਂ ਕਿਸੇ ਨੇ ਕਹਿ ਦਿੱਤਾ ਵੀ ਆ ਤੁਹਾਡਾ ਹੀ ਬੱਚਾ। ਕਹਿੰਦੇ ਬਾਬਾ ਜੀ ਤੁਸੀਂ ਇੱਕ ਵੋਟ ਵਾਸਤੇ ਮੈਨੂੰ ਇਹਦਾ ਬੱਚਾ ਬਣਾ ਰਹੇ ਹੋ, ਤੁਸੀਂ ਵੇਖੋ ਤਾਂ ਸਹੀ ਵੀ ਇਹਦੀ ਉਮਰ ਤੇ ਮੇਰੀ ਉਮਰ ਤਾਂ ਸੇਮ ਹੈ, ਕਮ ਸੇ ਕਮ ਬੋਲਣ ਲੱਗਿਆ ਤਾਂ ਦੇਖੋ। ਜਦ ਵੋਟ ਚਾਹੀਦੀ ਹੁੰਦੀ ਹੈ ਤਾਂ ਹਰੇਕ ਨੂੰ ਬਾਪ ਕਹਿੰਦੇ ਹੋ, ਤੇ ਮੁੜ ਕੇ ਤੁਸੀਂ ਬਾਤ ਹੀ ਨਹੀਂ ਪੁੱਛਦੇ। ਉਹ ਸਾਹਿਬ ਫਲਾਣੀ ਜਗ੍ਹਾ ਗਏ ਨੇ, ਸਾਹਿਬ ਆਹ ਕਰਦੇ ਨੇ, ਸਾਹਿਬ ਉਹ ਕਰਦੇ ਨੇ, ਗੱਲ ਕਰਨ ਦਾ ਸਮਾਂ ਨਹੀਂ। ਸੋ ਮੈਂ ਤਾਂ ਉੱਥੋਂ ਹੀ ਆਪਦਾ ਸਾਈਕਲ ਫੜਿਆ, ਪਿੱਛਾ ਭੌਂ ਕੇ ਨਹੀਂ ਵੇਖਿਆ, ਅੱਜ ਤੱਕ ਨਹੀਂ ਮੈਂ ਗਿਆ। ਕੀ ਲੈਣਾ ਇਹੋ ਜਿਹੇ ਕੰਮ ਜੋ ਭਾਈ, ਜਿੰਦਾਬਾਦ ਮੁਰਦਾਬਾਦ ਦੀ ਬਜਾਏ ਗੁਰਦੁਆਰਾ ਹੀ ਜਿੰਦਾਬਾਦ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇਰੀ ਜੈ ਹੋਵੇ, ਇਹੀ ਕੰਮ ਸਾਨੂੰ ਸਹੀ ਹੈ। ਤੋ ਇਸ ਵਾਸਤੇ ਰੱਬ ਨੇ ਆਪਦੀ ਸੰਗਤ ਨੂੰ ਇੱਕੋ ਹੀ ਕੰਮ ਦਿੱਤਾ ਹੈ। ਬਾਕੀ ਮਹਾਰਾਜ ਕਹਿੰਦੇ ਵੀ ਸਾਰੇ ਕੰਮ ਛੱਡ ਦਿਓ, ਕੋਈ ਫਾਇਦਾ ਨਹੀਂ, ਕੋਈ ਲਾਭ ਨਹੀਂ, ਜੇ ਕਿਸੇ ਨੇ ਤੁਹਾਨੂੰ ਕੱਖ ਨਹੀਂ ਜੇ ਦੇਣਾ। ਐਵੇਂ ਤਰਲੇ ਮਾਰਨ ਦਾ ਕੋਈ ਮਤਲਬ ਨਹੀਂ ਹੈ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਗੱਜ ਕੇ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ। ਮਹਾਂਪੁਰਖ ਬਾਬਾ ਠਾਕੁਰ ਸਿੰਘ ਸਾਹਿਬ ਜੀ ਸੋ ਜਿਹੜੇ ਸਾਨੂੰ ਨਾਲ ਲੈ ਕੇ 90 ਸਾਲ ਦੀ ਬਜ਼ੁਰਗ ਅਵਸਥਾ ਵਿੱਚ ਕਥਾ ਕੀਰਤਨ ਕਰਦੇ ਰਹੇ, ਸੰਗਤਾਂ ਵਿੱਚ ਹਾਜ਼ਰੀ ਭਰਦੇ ਰਹੇ। ਤਾਂ ਐਸੇ ਰੱਬ ਦੇ ਪਿਆਰਿਆਂ ਦੀ ਸੰਗਤ ਦਾ ਲਾਭ ਹੈ। ਮਹਾਰਾਜ ਸੱਚੇ ਪਾਤਸ਼ਾਹ ਅਸੀਂ ਤਾਂ ਕਿਸੇ ਹੀ ਕੋਈ ਕੋਏ ਮੰਨ ਨ ਮਾਣੀ ਇੱਕ ਤੋਂ, ਕਿਸੇ ਨੂੰ ਕਿਸੇ ਦਾ ਆਸਰਾ, ਕਿਸੇ ਨੂੰ ਕਿਸੇ ਦਾ ਆਸਰਾ, ਸਾਡਾ ਤਾਂ ਕੋਈ ਹੈ ਹੀ ਨਹੀਂ ਜਿਹਦਾ ਅਸੀਂ ਆਸਰਾ ਤੱਕਣਾ ਹੈ। ਸਾਡੀ ਕਿਸੇ ਨਾਲ ਕੋਈ ਗੱਲ ਨਹੀਂ। ਤੋ ਇਸ ਵਾਸਤੇ ਕੀਤਾ ਲੋੜੀ ਹੈ ਕੰਮ ਸੁਹਰ ਪਿਆ ਕੀ ਹੈ, ਸਪਾਸ ਪਾਈ ਦੀ ਹੈ ਨਾ, ਮਿਲਣ ਜਾਈਦਾ। ਤੁਸੀਂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੋ, ਮੂਲ ਮੰਤਰ ਦਾ ਪਾਠ ਪੜ੍ਹੋ, ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਤੁਹਾਡਾ ਕੰਮ ਕੋਈ ਨਾ ਕਰੇ। ਇਸ ਲਈ ਜੇ ਚਾਕਰ ਹੋਣਾ ਹੈ ਤਾਂ ਗੁਰਦੁਆਰੇ ਦੇ ਹੋਣਾ ਕਰੋ। ਸੋ ਚਾਕਰ ਲੱਗਿਆ ਚਾਕਰੀ ਨਾਲੇ ਗੱਲਬਾਤ, ਗੱਲਾਂ ਕਰੀ ਕਨੇਰੀਆਂ ਖਸਮ ਨਾ ਪਾਏ ਸਾਰ। ਗੱਲਾਂ ਨਹੀਂ ਕਰਨੀਆਂ, ਹੰਕਾਰ ਨਹੀਂ ਕਰਨਾ, ਨਿਮਰਤਾ ਦੇ ਵਿੱਚ ਚਾਅ ਕਰ। ਜਿਹੜੀ ਗੁਰੂ ਘਰ ਦੀ ਚਾਅ ਦੇ ਨਾਲ ਕੀਤੀ ਹੋਈ ਨੌਕਰੀ ਸੇਵਾ ਹੈ, ਸਤਿਗੁਰ ਕੀ ਸੇਵਾ ਚਾਕਰੀ, ਸੁਖੀ ਹੂੰ ਸੁਖ ਸਾਰ। ਸਾਰੇ ਸੁੱਖਾਂ 'ਚੋਂ ਸ੍ਰੇਸ਼ਟ ਸੁੱਖ ਦੇਣ ਵਾਲੀ ਹੈ।
ਇੱਥੇ ਮਿਲਣ ਵਡਿਆਈਆਂ ਦਰਗਾਹ ਮੁਖ ਦਵਾਰ ਵਿੱਚ ਦੁਨੀਆ, ਹੁਣ ਤੁਸੀਂ ਬੈਠੇ ਹੋਏ ਹੋ ਨਾ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ। ਇਹੀ ਜਗ੍ਹਾ ਦਰਗਾਹ ਵਿੱਚ ਪ੍ਰਾਪਤ ਹੋਊਗੀ। ਡੱਲੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੇਵਾ ਤੋਂ ਪ੍ਰਸੰਨ ਹੋ ਕੇ ਵਰ ਮੰਗਣ ਲਈ ਆਖਿਆ। ਜਦ ਉਹਨੇ ਜਗ੍ਹਾ ਮੰਗੀ ਤੇ ਪਾਤਸ਼ਾਹ ਜੀ ਨੇ ਅੰਮ੍ਰਿਤ ਛਕੋ ਭਾਈ। ਤਾਂ ਐਸੀ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ। ਜੇ ਤੂੰ ਉਹਦਾ ਚਾਕਰ ਬਣ ਜਾਏਗਾ ਫਿਰ ਤੈਨੂੰ ਯਮਦੂਤਾਂ ਦਾ ਡਰ ਨਹੀਂ ਲੱਗੇਗਾ। ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਤੀਰਥ ਉਦਮ ਸਤਿਗੁਰ ਕੀਆ ਸਭ ਲੋਕ ਉਧਰਨ ਅਰਥਾ, ਤੀਰਥ ਯਾਤਰਾ ਦਾ ਬਹਾਨਾ ਬਣਾ ਕੇ ਸੰਗਤਾਂ ਨੂੰ ਤਾਰਨਾ ਕੀਤਾ। ਅਕਬਰ ਬਾਦਸ਼ਾਹ ਗੁਰੂ ਜੀ ਦੀ ਮੰਨਦਾ ਸੀਗਾ। ਮਹਾਰਾਜ ਨੇ ਅਕਬਰ ਨੂੰ ਆਖਿਆ ਕਿ ਇਹ ਜਿਹੜੇ ਸਾਡੇ ਨਾਲ ਦੀ ਸੰਗਤ ਹੈ ਕਿਸੇ ਕੋਲੋਂ ਵੀ ਟੈਕਸ ਨਹੀਂ ਲੈਣਾ। ਉਦੋਂ ਤੀਰਥ ਇਸ਼ਨਾਨ ਦਾ ਟੈਕਸ ਲੱਗਦਾ ਹੁੰਦਾ ਸੀਗਾ। ਬਾਦਸ਼ਾਹ ਕਹਿਣ ਲੱਗਾ ਜੀ ਤੁਹਾਡੇ ਬੰਦਿਆਂ ਦੀ ਪਹਿਚਾਣ ਕੀ ਹੋਵੇਗੀ? ਸਤਿਗੁਰੂ ਜੀ ਕਹਿੰਦੇ ਜਿਹਦੇ ਤੇ ਤੁਹਾਨੂੰ ਸ਼ੱਕ ਪਵੇ, ਵੈਸੇ ਸਾਡੇ ਤਾਂ ਮੱਥੇ ਤੇ ਲਿਖਿਆ ਕਿ ਅਸੀਂ ਮਹਾਰਾਜ ਦੇ ਸਿੱਖ ਹਾਂ, ਬਿਨਾਂ ਹੀ ਪੁੱਛਣ ਤੋਂ ਆਇਡੈਂਟੀਫਿਕੇਸ਼ਨ ਪ੍ਰੂਫ ਦੀ ਨਹੀਂ ਲੋੜ ਹੈ। ਝਾਟੀ ਪਹਿਚਾਣ ਹੈ, ਮੱਥੇ ਤੋਂ ਪੜ੍ਹਿਆ ਜਾਂਦਾ ਵੀ ਇਹ ਮਹਾਰਾਜ ਦਾ ਸਿੱਖ ਹੈ। ਪਰ ਜੇ ਤੁਹਾਨੂੰ ਸ਼ੱਕ ਪਵੇ, ਉਦੋਂ ਕੋਈ ਖਾਸ ਨਿਸ਼ਾਨੀ ਨਹੀਂ ਸੀ ਹੁੰਦੀ। ਸਭ ਧਰਮਾਂ ਦੇ ਮਹਾਰਾਜ ਦੇ ਸਿੱਖ ਹੁੰਦੇ ਤੇ ਤੁਸੀਂ ਮੂਲ ਮੰਤਰ ਦਾ ਪਾਠ ਸੁਣਨਾ ਹੈ। ਜਿਹੜਾ ਬੰਦਾ ਮੂਲ ਮੰਤਰ ਦਾ ਪਾਠ ਸੁਣਾ ਦੇ ਸਮਝ ਲਓ ਵੀ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ। ਰਾਗੀ ਭਾਈ ਤਾਲ ਬਲਬੀਰ ਸਿੰਘ ਜੀ, ਮੈਨੂੰ ਯਾਦ ਹੈ ਆਪਾਂ ਕੀਰਤਨ ਸਿੱਖਦੇ ਹੁੰਦੇ, ਮਹਾਂਪੁਰਖਾਂ ਨੇ ਉਹਨੂੰ ਗਰਾਈ ਤੇ ਭੇਜਿਆ ਸਿੰਘਾਂ ਦੇ ਨਾਲ, ਕਣਕ ਦੀ ਗਰਾਈ ਲੰਗਰ ਵਾਸਤੇ। ਉਹ ਸਮਾਂ ਕੋਈ ਤੱਤੀਆਂ ਹਵਾਵਾਂ ਵਾਲਾ ਕਾਫੀ ਗਰਮ ਚੱਲ ਰਿਹਾ ਸੀ ਤੇ ਆਪਾਂ ਤਾਂ ਕਥਾ ਕੀਰਤਨ ਵਾਲੇ ਬੰਦੇ ਸੀਗੇ, ਸਿੱਖਣ ਸਿਖਾਉਣ ਵਾਲੇ। ਉਹ ਕਿਸੇ ਪੁਲਿਸ ਵਾਲੇ ਨੇ ਫੜ ਲਿਆ। ਉਹ ਕਹਿੰਦਾ ਜੀ ਮੈਂ ਤਾਂ ਕੀਰਤਨ ਸਿੱਖਦਾ। ਠਹਿਰ ਜਾ, ਕਹਿੰਦੇ ਤੁਸੀਂ ਕੀਰਤਨ ਸਿੱਖਦੇ ਹੋ? ਵੱਡੇ ਆਏ ਕੀਰਤਨ ਵਾਲੇ, ਚਲੋ ਬੈਠੋ ਗੱਡੀ 'ਚ। ਉਹ ਕਹਿੰਦੇ ਨਹੀਂ ਜੀ ਆਪਾਂ ਤਾਂ ਕੀਰਤਨ ਸਿੱਖਦੇ ਹਾਂ, ਬਾਣੀ ਦਾ ਪਾਠ। ਕਹਿੰਦੇ ਚੱਲ ਫਿਰ। ਉਹ ਪੰਜਾਂ ਪਿਆਰਿਆਂ ਦੀ ਸੇਵਾ ਵੀ ਕਰਦਾ ਹੁੰਦਾ ਸੀ। ਕਹਿੰਦੇ ਚੱਲ ਜਾਪ ਸਾਹਿਬ ਸੁਣਾ। ਉਹ ਸਿੱਖ ਸੀਗਾ ਜਿਹਨੇ ਪੜ੍ਹਿਆ ਥਾਣੇਦਾਰ ਨੇ। ਜਦ ਉਹਨੇ ਜਾਪ ਸਾਹਿਬ ਸੁਣਾਇਆ ਤੇ ਉਹ ਤਾਰ ਬਲਬੀਰ ਸਿੰਘ ਰਾਗੀ ਮੈਨੂੰ ਦੱਸਦਾ ਵੀ ਉਹਨੇ ਥਾਣੇਦਾਰ ਨੇ ਛੱਡਦਾ। ਕਹਿੰਦੇ ਜਾ, ਤੈਨੂੰ ਜਾਪ ਸਾਹਿਬ ਆਉਣਾ, ਮਤਲਬ ਤੂੰ ਸਿੱਖਿਆ ਹੋਇਆ। ਇੱਕ ਰਾਗੀ ਉਹਦਾ ਨਾਂ ਸੀ ਗੁਲਾਮ ਅਲੀ, ਪਾਇਆ ਹੋਇਆ ਸੀ ਜੰਮੂ ਦਾ, ਬੜਾ ਹੀ ਸੋਹਣਾ ਸੁਨੱਖਾ। ਛੋਟੇ ਛੋਟੇ ਬੱਚਿਆਂ ਦੇ ਉਹਨੇ ਐਤਵਾਰ ਇਸ਼ਨਾਨ ਕਰਾਉਣਾ, ਨਿੱਕੇ ਨਿਆਣਿਆਂ ਦਾ ਤੇ ਕਸ਼ਹਿਰੇ ਧੋਣੇ, ਬੜੀ ਸੇਵਾ ਪਿਆਰ ਨਾਲ ਕਰਨੀ। ਪਰ ਉਹਦੀ ਇੰਨੀ ਆਵਾਜ਼ ਦੇ ਵਿੱਚ ਕਸ਼ਿਸ਼ ਸੀਗੀ, ਕਮਾਲ ਕਰ ਦਿੰਦਾ। ਮੈਥੇ ਘੇਰਾ ਪਿਆ ਤੇ ਉਹਨੂੰ ਵੀ ਚੁੱਕ ਕੇ ਲੈ ਗਏ। ਅਸਲੀ ਬੰਦੇ ਦਾ ਕਾਬੂ ਆਉਂਦੇ ਨਹੀਂ ਸਨ। ਮੇਰੇ ਵਰਗੇ ਮਾਤੜਾ ਧਾਤੜਾ ਨੂੰ ਮਾਰ ਪੈਂਦੀ, ਮਾਰ ਮੰਡੀ ਪੁੱਠਾ ਟੰਗ ਲਿਆ। ਉਹ ਕਹੇ ਮੈਂ ਤਾਂ ਰਾਗੀ ਹਾਂ, ਮੈਨੂੰ ਛੱਡ ਦਿਓ। ਕਹਿੰਦੇ ਰਾਗੀ ਹਾਂ ਤੂੰ? ਝੂਠ ਬੋਲਦੇ। ਕਹਿੰਦੇ ਨਹੀਂ ਜੀ ਮੈਂ ਕੀਰਤਨ ਕਰਦਾ। ਉਹਨਾਂ ਆਵਾਜ਼ਾਂ ਲਿਆ ਤਾਂ ਕਹਿੰਦੇ ਚੱਲ ਸੁਣਾ। ਜਦ ਉਹਨੇ ਮੰਗਲ ਕੀਤਾ, ਮੰਗਲ 'ਚ ਉਹਨਾਂ ਦੀ ਜਾਨ ਕੱਢ ਲਈ। ਕਹਿੰਦੇ ਜਾ। ਤੋ ਇਸ ਤਰ੍ਹਾਂ ਜਿਹੜੀ ਮਹਾਰਾਜ ਦੀ ਬਾਣੀ ਹੈ ਇੱਥੋਂ ਦੇ ਯਮਦੂਤਾਂ ਤੋਂ ਵੀ ਛਡਾਉਣ ਵਾਲੀ ਹੈ ਤੇ ਪਰਲੋਕ ਦੇ ਜਿਹੜੇ ਯਮਦੂਤ ਨੇ ਉਹ ਵੀ ਡਰ ਨਹੀਂ ਦੇ ਸਕਦੇ। ਤੁਸੀਂ ਜਪਜੀ ਸਾਹਿਬ ਦਾ ਪਾਠ ਡੇਲੀ ਕਰਿਆ ਕਰੋ, ਜ਼ਬਾਨੀ ਯਾਦ ਕਰੋ। ਜਾਪ ਸਾਹਿਬ ਦਾ ਪਾਠ ਕਰੋ, ਜ਼ਬਾਨੀ ਯਾਦ ਕਰੋ। ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਤੁਹਾਡੀ ਜਾਨ ਯਮਦੂਤ ਕੱਢ ਕੇ ਨਰਕਾਂ 'ਚ ਪਾ ਦੇਵੇ। ਸਤਿਗੁਰੂ ਤੁਹਾਡਾ ਰਖਵਾਲਾ ਹੋਏਗਾ। ਸੂਰਠ ਮਹੱਲਾ ਪੰਜਵਾ, ਮੇਰਾ ਸਤਿਗੁਰ ਰਖਵਾਲਾ ਹੁਆ, ਧਾਰ ਕਿਰਪਾ ਪ੍ਰਭਾਤ ਦੀ ਰਾਖਿਆ, ਹਰ ਗੋਬਿੰਦ ਨਮਨ ਹੁਆ। ਇਸ ਲਈ ਅੱਜ ਤੋਂ ਪ੍ਰਣ ਕਰੀਏ ਵੀ ਜਿੰਨਾ ਚਿਰ ਜਪਜੀ ਤੇ ਜਾਪ ਸਾਹਿਬ ਦਾ ਪਾਠ ਨਾ ਕਰ ਲਈਏ ਉਹਨਾਂ ਚਿਰ ਕੁਝ ਖਾਵਾਂ ਪੀਵਾਂਗੇ ਨਹੀਂ। ਬਿਨ ਜਪ ਜਾਪ ਜਪੇ ਬਿਨਾ ਜੋ ਜੀਵੇ ਪ੍ਰਸਾਦ, ਸੋ ਬਿਸ਼ਟਾ ਕਾ ਕਰਮ ਹੋਏ ਜਨਮ ਗਵਾਵੇ ਬਾਦ। ਤਿਸ ਪ੍ਰਭੂ ਦਾ ਚਾਕਰ ਹੋਣ ਦੇ ਨਾਲ ਫਿਰ ਯਮਦੂਤਾਂ ਆਦਿਕਾਂ ਦਾ ਡਰ ਨਹੀਂ ਲੱਗੇਗਾ। ਕਰ ਪੂਤਦਾਰੀ ਫਿਰ ਦੁਖ ਨਾ ਲਾਗੈ। ਤਿਸ ਪ੍ਰਭੂ ਦੀ ਖਜ਼ਾਨੇ ਦੀ ਕਾਰ ਕਰ, ਭਾਵ ਉਸ ਪ੍ਰਭੂ ਦਾ ਖਜ਼ਾਨਚੀ ਬਣ ਜਾ, ਫਿਰ ਜੰਮਣ ਮਰਨ ਦਾ ਤੈਨੂੰ ਦੁੱਖ ਨਹੀਂ ਲੱਗੇਗਾ। ਖਜ਼ਾਨਾ ਕਿਹੜਾ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਬਾਣੀ ਦਾ। ਤੇ ਖਜ਼ਾਨਚੀ
ਜਿਹੜਾ ਸਾਂਭ ਕੇ ਰੱਖਣ ਵਾਲਾ ਨਾਮ ਦਾ ਖਜ਼ਾਨਾ ਹਿਰਦੇ ਰੂਪੀ ਘਰ 'ਚ, ਫਿਰ ਲੋੜ ਪਈ ਤੋਂ ਵਰਤਾਉਣ ਵਾਲਾ। ਇਉਂ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਕੀ ਵਡ ਭਾਗ ਹੋਏ ਜਿਸ ਪ੍ਰਾਣੀ, ਜਿਸ ਪ੍ਰਾਣਾਧਾਰੀ ਜੀਵ ਦੇ ਇੰਨੇ ਵੱਡੇ ਭਾਗ ਹੁੰਦੇ ਹਨ, ਸੋ ਪਾਏ ਹੋ ਪਦ ਨਿਰਵਾਣੀ। ਉਹੀ ਇਸ ਬੰਧਨਾਂ ਤੋਂ ਰਹਿਤ ਪਦਵੀ ਨੂੰ ਪਾਉਣਾ ਕਰਦਾ ਹੈ। ਰਹਾ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਦੂਜੀ ਸੇਵਾ ਜੀਵਨ ਬਿਰਥਾ। ਦੁਐਤ ਵਾਲੀ ਸੇਵਾ ਕਰਨ ਦੇ ਨਾਲ ਜੀਵਨ ਵਿਅਰਥ ਚਲਾ ਜਾਂਦਾ, ਜਾਂ ਦੂਜੇ ਦੇਵੀ ਦੇਵਤਿਆਂ ਦੀ ਸੇਵਾ ਟਹਿਲ ਕਰਨ ਨਾਲ ਜੀਵਨ ਵਿਅਰਥ ਹੀ ਚਲਿਆ ਜਾਂਦਾ ਹੈ। ਪਸ਼ੂ ਨਾ ਹੋਈ ਹੈ ਪੂਰਨ ਅਰਥਾ। ਅਤੇ ਕੁਝ ਮਤਲਬ ਵੀ ਪੂਰਾ ਨਹੀਂ ਹੁੰਦਾ, ਟਾਈਮ ਵੀ ਖਰਾਬ ਹੁੰਦਾ, ਪੈਸੇ ਵੀ ਜਾਂਦੇ ਤੇ ਮਿਲਦਾ ਵੀ ਕੁਝ ਨਹੀਂ। ਇੱਕ ਲੱਕੜਹਾਰਾ ਜੋ ਅਤਿਅੰਤ ਗਰੀਬ ਸੀ ਅਤੇ ਆਪਣੀ ਇਸਤਰੀ ਤੇ ਪੁੱਤਰ ਸਮੇਤ ਜੰਗਲ 'ਚ ਕੁਟੀਆ ਬਣਾ ਕੇ ਰਹਿੰਦਾ ਸੀ। ਲੱਕੜਾਂ ਵੇਚ ਕੇ ਗੁਜ਼ਾਰਾ ਕਰਿਆ ਕਰਦਾ ਸੀ। ਇੱਕ ਦਿਨ ਉਹਨੇ ਕਿਸੇ ਸ਼ਿਵ ਉਪਾਸ਼ਕ ਤੋਂ ਸੁਣਿਆ ਕਿ ਜੇਕਰ ਸ਼ਿਵ ਜੀ ਦੀ ਉਪਾਸਨਾ ਕੀਤੀ ਜਾਵੇ ਤਾਂ ਭੋਲੇਨਾਥ ਜੀ ਜਲਦੀ ਹੀ ਪ੍ਰਸੰਨ ਹੋ ਜਾਂਦੇ ਨੇ। ਇਹ ਕਾਮਨਾ ਮਨ 'ਚ ਲੈ ਕੇ ਪਰਿਵਾਰ ਦੇ ਤਿੰਨੇ ਜੀ ਜੰਗਲ 'ਚ ਬੈਠ ਕੇ ਸ਼ਿਵ ਜੀ ਦੀ ਉਪਾਸਨਾ ਕਰਨ ਲੱਗੇ। ਕੁਝ ਸਮਾਂ ਬੀਤਣ ਤੋਂ ਬਾਅਦ ਉਹਨਾਂ ਦੀ ਭਗਤੀ ਤੇ ਪ੍ਰਸੰਨ ਹੋ ਕੇ ਸ਼ਿਵ ਜੀ ਪ੍ਰਗਟ ਹੋ ਗਏ। ਸਭ ਤੋਂ ਪਹਿਲਾਂ ਸ਼ਿਵ ਜੀ ਨੇ ਲੱਕੜਹਾਰੇ ਦੀ ਪਤਨੀ ਨੂੰ ਵਰ ਮੰਗਣ ਲਈ ਕਿਹਾ। ਮਤ ਥੋੜੀ ਸੇਵ ਗਵਾਈ ਹੈ, ਜਿਸ ਤਰ੍ਹਾਂ ਦੀ ਮਤ ਬੁੱਧੀ ਹੋਵੇ ਉਸ ਤਰ੍ਹਾਂ ਦੀ ਚੀਜ਼ ਮਿਲਦੀ ਹੈ। ਉਹ ਥੋੜੀ ਮਤ ਵਾਲੀ ਨੇ ਕਿਹਾ, हे ਪ੍ਰਭੂ, ਚਿਰਾਂ ਦੀ ਗਰੀਬੀ ਨੇ ਮੇਰੀ ਸੁੰਦਰਤਾ ਖਤਮ ਕਰ ਦਿੱਤੀ ਹੈ। ਆਪ ਜੀ ਕਿਰਪਾ ਕਰਕੇ ਮੇਰਾ ਸਰੀਰ ਨੌਜਵਾਨ ਤੇ ਸੁੰਦਰ ਬਣਾ ਦਿਓ। ਉਹਦੀ ਬੇਨਤੀ ਮੰਨ ਕੇ ਸ਼ਿਵ ਜੀ ਨੇ ਕਿਹਾ, ਤਥਾਸਤੂ। ਉਸੇ ਵੇਲੇ ਉਹਦਾ ਸਰੀਰ ਅਤਿਅੰਤ ਸੁੰਦਰ ਤੇ ਕੁਆਰੀ ਕੰਨਿਆ ਵਰਗਾ ਹੋ ਗਿਆ। ਇੰਨੇ ਚਿਰ ਨੂੰ ਇੱਕ ਰਾਜਾ ਸ਼ਿਕਾਰ ਖੇਡਦਾ ਹੋਇਆ ਉੱਥੇ ਆਇਆ ਤੇ ਜੰਗਲ ਵਿੱਚ ਇੱਕ ਸੁੰਦਰ ਲੜਕੀ ਨੂੰ ਵੇਖ ਕੇ ਉਹਦਾ ਮਨ ਲੁਭਾਈਮਨ ਹੋ ਗਿਆ ਤੇ ਕਾਮ ਵਾਸਨਾ ਦੇ ਅਧੀਨ ਹੋਏ ਰਾਜੇ ਨੇ ਆਪਣੀ ਰਾਣੀ ਬਣਾਉਣ ਹਿੱਤ ਇਸਤਰੀ ਨੂੰ ਜਬਰੀ ਚੁੱਕ ਕੇ ਆਪਣੇ ਘੋੜੇ ਦੀ ਪਿੱਠ ਤੇ ਬਿਠਾ ਲਿਆ ਤੇ ਮਹਿਲਾਂ ਵੱਲ ਨੂੰ ਚੱਲ ਪਿਆ। ਇਹ ਵੇਖ ਕੇ ਉਹਦੇ ਪਤੀ ਨੂੰ ਬਹੁਤ ਗੁੱਸਾ ਆਇਆ, ਪਰੰਤੂ ਰਾਜੇ ਅੱਗੇ ਉਹਦੀ ਕੋਈ ਜ਼ੋਰ ਨਾ ਚੱਲਿਆ। ਇੰਨੇ ਚਿਰ ਨੂੰ ਸ਼ਿਵ ਜੀ ਉਹਦੇ ਕੋਲ ਆ ਪਹੁੰਚਿਆ, ਲੱਕੜਹਾਰੇ ਨੂੰ ਦਰਸ਼ਨ ਦਿੱਤੇ ਤੇ ਆਖਿਆ, ਵਰ ਮੰਗ ਭਗਤਾ। ਇਸਤਰੀ ਦੇ ਦੁੱਖ ਤੋਂ ਦੁਖੀ ਇਹ ਲੱਕੜਹਾਰੇ ਨੇ ਸ਼ਿਵ ਜੀ ਅੱਗੇ ਬੇਨਤੀ ਕਰ ਦਿੱਤੀ, हे ਪ੍ਰਭੂ, ਜੇਕਰ ਤੁਸੀਂ ਮੇਰੇ ਤੇ ਪ੍ਰਸੰਨ ਹੋਏ ਹੋ ਤਾਂ ਉਹ ਜਿਹੜੀ ਮੇਰੀ ਘਰ ਵਾਲੀ ਰਾਜਾ ਚੜਾ ਕੇ ਲਿਜਾ ਰਿਹਾ ਉਹਨੂੰ ਸੂਰੀ ਬਣਾ ਦਿਓ। ਸ਼ਿਵ ਜੀ ਨੇ ਤਥਾਸਤੂ ਕਿਹਾ। ਉਸ ਵੇਲੇ ਘੋੜੇ ਤੇ ਬੈਠੀ ਉਹਦੀ ਪਤਨੀ ਸੂਰੀ ਬਣ ਗਈ ਤੇ ਘੁਰ-ਘੁਰ ਕਰਨ ਲੱਗ ਪਈ। ਇਹ ਵੇਖ ਕੇ ਰਾਜੇ ਨੇ ਸਮਝਿਆ ਵੀ ਇਹ ਤਾਂ ਕੋਈ ਬਲਾ ਹੈ, ਘੋੜੇ ਤੋਂ ਹੇਠਾਂ ਸੁੱਟ ਦਿੱਤੀ। ਸੂਰੀ ਬਣੀ ਇਸਤਰੀ ਆਪਦੇ ਪੁੱਤਰ ਕੋਲ ਆਈ। ਉਹਦੀ ਇਹ ਹਾਲਤ ਵੇਖ ਕੇ ਪੁੱਤਰ ਨੂੰ ਬਹੁਤ ਦੁੱਖ ਹੋਇਆ ਕਿ ਮੇਰੀ ਮਾਂ ਦੀ ਇਹ ਹਾਲਤ ਹੋ ਗਈ ਹੈ। ਪੁੱਤਰ ਇਹ ਸੋਚ ਹੀ ਰਿਹਾ ਸੀ। ਉਸ ਵੇਲੇ ਸ਼ਿਵ ਜੀ ਨੇ ਪ੍ਰਗਟ ਹੋ ਕੇ ਵਰ ਮੰਗਣ ਲਈ ਕਿਹਾ। ਤਦ ਉਹਨੇ ਕਿਹਾ, हे ਪ੍ਰਭੂ, ਆਪ ਜੀ ਕਿਰਪਾ ਕਰਕੇ ਮੇਰੀ ਮਾਂ ਨੂੰ ਪਹਿਲੇ ਸਰੂਪ ਜੇ ਜਿਉਂਦਾ ਤਿਉਂ ਕਰ ਦਿਓ। ਸ਼ਿਵ ਜੀ ਨੇ ਕਿਹਾ, ਤਥਾਸਤੂ। ਉਸ ਵੇਲੇ ਉਹ ਇਸਤਰੀ ਸੂਰੀ ਤੋਂ ਆਪਣੀ ਪਹਿਲੀ ਸ਼ਕਲ 'ਚ ਆ ਗਈ। ਸੋ ਮਤਲਬ ਕਹਿਣ ਦਾ ਕਿ ਇੰਜ ਤਿੰਨਾਂ ਨੇ ਸ਼ਿਵ ਜੀ ਤੋਂ ਵਰ ਵੀ ਮੰਗ ਲਏ, ਉਹਨੇ ਦੇ ਵੀ ਦਿੱਤੇ, ਪਰ ਪ੍ਰਾਪਤ ਕੁਝ ਵੀ ਨਾ ਹੋਇਆ। ਸੰਪੈ ਕਹੋ ਈਸ਼ਰ ਧਿਆਈ ਹੈ। ਪੈਸੇ ਵਾਸਤੇ ਬੰਦਾ ਦੇਵਤਿਆਂ ਨੂੰ ਧਿਆਉਂਦਾ ਹੈ ਨਾ, ਤੇ ਸੰਪੈ ਪੁਰਬ ਲਿਖਿਆ ਕੀ ਪਾਈ ਹੈ। ਉਹ ਪਾਰਵਤੀ ਨੇ ਕਿਹਾ, ਮਹਾਰਾਜ ਭਗਵਾਨ ਜੀ, ਤੁਹਾਡਾ ਭਗਤ ਕਿੰਨਾ ਗਰੀਬ ਹੈ, ਨੂੰ ਪੈਸੇ ਦਿਓ। ਕਹਿੰਦੇ ਤੇ ਕਰਮੀ ਗਰੀਬੀ ਵਾਲੇ ਨੂੰ ਮੈਂ ਕੀ ਕਰਾਂ, ਮੇਰੇ ਤੇ ਧਿਆਨ ਕੁਛ ਵੀ ਹੋਣਾ, ਇਹਦੇ ਕਰਮ ਰੱਬ ਨੇ ਮਾੜੇ ਲਿਖੇ ਨੇ, ਇਹਨੇ ਕੁਛ ਦਾਨ ਪੁੰਨ ਕੀਤਾ ਹੀ ਨਹੀਂ। ਕਹਿੰਦੇ ਦਿਓ ਤਾਂ ਸਹੀ। ਤੇ ਉਹਨੇ ਹੀਰੇ ਮੋਤੀ ਵਿਛਾ ਦਿੱਤੇ ਰਾਹ ਦੇ ਵਿੱਚ। ਕਬੀਰ ਜੀ ਨੇ ਆਖਿਆ, ਕਬੀਰ ਮਾਰਗ ਮੋਤੀ ਬੀਥ ਰਹੇ, ਅੰਧਾ ਨਿਕਸਿਓ ਆਏ, ਜੋਤ ਬਿਨਾ ਜਗਦੀਸ਼ ਕੀ, ਜਗਤ ਉਲੰਘੇ ਜਾਏ। ਗੱਜ ਕੇ ਕਹਿ ਦੋ ਸਤਨਾਮ ਸ੍ਰੀ ਅਕਾਲ। ਉਹ ਜਿਸ ਤਰ੍ਹਾਂ ਨਿਆਣੇ ਖੇਡਦੇ ਨੇ, ਕਹਿੰਦਾ ਮਣਾ ਤੈਨੂੰ ਤੇ ਰੱਬ ਨੇ ਅੱਖਾਂ ਦਿੱਤੀਆਂ, ਜਿਨ੍ਹਾਂ ਦੀਆਂ ਅੱਖਾਂ ਨਹੀਂ ਹਨ ਉਹ ਤੁਰਦੇ ਕਿਵੇਂ ਹੋਣਗੇ, ਟਰਾਈ ਤੇ ਕਰਕੇ ਦੇਖੋ। ਅੱਖਾਂ ਬੰਦ ਕਰਕੇ ਤੁਰ ਪਿਆ। ਕਹਿ ਲਗਾ ਉਹ ਪੈਰ ਦੇ ਵਿੱਚ ਤਾਂ ਬੜਾ ਕਸ਼ਟ ਹੋ ਰਿਹਾ, ਬੜੇ ਰੋੜ ਖਿਲਰੇ ਹੋਏ ਨੇ, ਕਿੰਨੇ ਦੁਖੀ ਹੁੰਦੇ ਹੋਣਗੇ ਉਹਨੇ, ਕਿ
ਕਿ ਉਹ ਜਿੰਨਾ ਹੀਰੇ ਮੋਤੀ ਖਿਲ ਰਹੇ ਸੀ ਉਹ ਅੱਖਾਂ ਬੰਦ ਕਰਕੇ ਅੰਨਾ ਬਣ ਗਏ। ਉਹਨਾਂ ਨੂੰ ਰੋਡ ਸਮਝ ਕੇ ਉੱਥੋਂ ਦੀ ਲੰਘ ਆਇਆ ਮਾੜੇ ਕਰਮਾਂ ਵਾਲਾ। ਕਹਿੰਦੇ ਵੇਖ ਲਾ ਹੁਣ ਮੈਂ ਕੀ ਕਰਾਂ ਇੱਥੇ। ਤੋ ਸੰਪੈ ਕੋ ਈਸ਼ਰ ਧਿਆਈ ਹੈ, ਸੰਪੈ ਪੁਰਬ ਲਿਖਿਆ ਕੀ ਪਾਈ ਹੈ। ਜੇ ਰੱਬ ਨੇ ਨਹੀਂ ਭਾਗਾਂ 'ਚ ਲਿਖਿਆ ਫਿਰ ਨਹੀਂ ਕੱਖ ਵੀ ਮਿਲਦਾ ਹੈ। ਕਿਉਂ ਮਹਾਰਾਜ ਦਾ ਨਾਮ ਜਪਣਾ ਚਾਹੀਦਾ, ਉਹਦੇ ਕੋਲ ਮੰਗਣਾ ਚਾਹੀਦਾ। ਉਹਦੇ ਦਿੱਤਿਆਂ ਪੂਰੀ ਪੈਂਦੀ ਆ, ਕਿਸੇ ਦਿੱਤਿਆਂ ਨਹੀਂ ਕੁਛ ਵੀ ਬਣਦਾ ਹੈ। ਸੋ ਮਹਾਰਾਜ ਫਰਮਾਉਂਦੇ ਨੇ ਮਾਨਸ ਸੇਵਾ ਖਰੀ ਦੋਹੇਲੀ। ਇਹ ਭਾਈ ਮਨੁੱਖਾਂ ਦੀ ਸੇਵਾ ਟਹਿਲ ਅਤਿਅੰਤ ਹੀ ਦੁਖਦਾਇਕ ਹੈ। ਜੇ ਮਤਲਬ ਵਾਸਤੇ ਪੈਸੇ ਵਾਸਤੇ ਕਰਾਂਗੇ ਕੁਛ ਨਹੀਂ ਬਣੇਗਾ। ਸਾਧ ਕੀ ਸੇਵਾ ਸਦਾ ਸੁਹੇਲੀ। ਪਰ ਸ੍ਰੇਸ਼ਟ ਮਹਾਤਮਾ ਜਨਾਂ ਜਾਂ ਗੁਰਾਂ ਦੀ ਸੇਵਾ ਸਦਾ ਹਮੇਸ਼ਾ ਸੁਖ ਦੇਣ ਵਾਲੀ ਹੈ। ਇਸ ਲਈ ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਐ, ਸਾ ਸੇਵਾ ਔਖੀ ਹੋਈ। ਨਾਨਕ ਸੇਵਾ ਕਰੋ ਹਰ ਗੁਰ ਸਬਲ ਦਰਸ਼ਨ ਕੀ, ਫਿਰ ਲੇਖਾ ਮੰਗੇ ਨਾ ਕੋਈ। ਸਾਧੂ ਸੰਤਾਂ ਸੰਗਤ ਦੀ ਸੇਵਾ ਕਰੋ। ਸਾਧ ਕੀ ਧੂਰ ਮਿਟੇ ਅਗ ਕੋਟ, ਸੰਤ ਕਿਰਪਾ ਤੇ ਜਨਮ ਮਰਨ ਤੇ ਛੋਟ। ਸੋ ਇਸ ਲਈ ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾਂ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ। ਜੇ ਕੋ ਆਪਣੀ ਸੁਭਾ ਲੋਰੈ, ਸਾਧ ਸੰਗੇ ਹਉਮੈ ਛੋਰੈ। ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾਂ ਕੀ ਸਰਨੀ ਪਰੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕੈ ਬਲ ਬਲ ਜਾਸਾ। ਬੰਦਿਆਂ ਦੀ ਸੇਵਾ ਦੁਖੀ ਕਰਨ ਵਾਲੀ, ਪਰ ਸਾਧੂ ਸੰਤਾਂ ਦੀ ਸੇਵਾ ਸੁਖ ਦੇਣ ਵਾਲੀ ਹੈ। ਜੇ ਲੋੜ ਹੈ ਸਦਾ ਸੁਖ ਭਾਈ। ਇਹ ਮੇਰੇ ਭਰਾਵੋ ਤੁਸੀਂ ਗੁਰਦੁਆਰੇ ਆਏ ਹੋ ਤੇ ਜੇ ਹਮੇਸ਼ਾ ਰਹਿਣ ਵਾਲਾ ਆਤਮਿਕ ਸੁਖ ਚਾਹੁੰਦੇ ਹੋ, ਸਾਧੂ ਸੰਗਤ ਗੁਰ ਹੈ ਬਤਾਈ। ਤਾਂ ਸਾਡੇ ਗੁਰੂ ਨਾਨਕ ਸਾਹਿਬ ਨੇ ਜਿਨ੍ਹਾਂ ਦਾ ਪ੍ਰਕਾਸ਼ ਗੁਰਪੁਰਬ ਕੱਲ ਲੰਘ ਕੇ ਗਿਆ ਹੈ, ਸੋ ਉਹਨਾਂ ਨੇ ਸੰਤ ਜਨਾਂ ਦੀ ਸੰਗਤ ਕਰਨੀ ਹੀ ਦੱਸਣਾ ਕੀਤੀ ਹੈ। ਸਤਿਗੁਰੂ ਨਾਨਕ ਦੇਵ ਜੀ ਨੂੰ ਪਿਓ ਨੇ 20 ਰੁਪਏ ਦਿੱਤੇ। ਆਖਿਆ ਭਾਈ ਬਾਲਿਆ, ਸਭ ਤੋਂ ਪਹਿਲੀ ਵਾਰ ਸਾਡੇ ਹੱਥ 'ਚ ਪੈਸੇ ਆਏ ਨੇ ਤੇ ਸੱਚਾ ਸੌਦਾ ਕਰੀਏ। ਪਿਤਾ ਜੀ ਨੇ ਆਖਿਆ ਸੀਗਾ ਸਾਧੂ ਸੰਤਾਂ ਨੂੰ ਪ੍ਰਸ਼ਾਦੇ ਛਕਾ ਦਿੱਤੇ। ਉਹਨਾਂ ਕਿਹਾ ਵੀ ਕਾਕਾ ਜੀ, ਇਹ ਨੌਜਵਾਨ ਇਹ ਪੁਰਖਾ ਤੇਰੇ ਪਿਓ ਨੇ ਕਿਸੇ ਕੰਮ ਲਈ ਤੈਨੂੰ ਦਿੱਤੇ ਹੋਣਗੇ ਤੇ ਤੂੰ ਇਹ ਕੰਮ ਨਾ ਕਰ। ਕਹਿੰਦੇ ਨਹੀਂ ਬਾਬਾ ਜੀ, ਪਿਤਾ ਜੀ ਨੇ ਆਖਿਆ ਸੀ ਵੀ ਸੱਚਾ ਸੌਦਾ ਕਰਨਾ ਹੈ ਮੁਨਾਫੇ ਵਾਲਾ। ਇਹ ਤੋਂ ਵੱਧ ਹੋਰ ਮੁਨਾਫਾ ਕਿੱਥੋਂ ਹੋ ਸਕਦਾ। ਉਹ ਵੇਖੋ ਅੱਜ ਤੱਕ ਮਹਾਰਾਜ ਦਾ ਮੁਨਾਫਾ ਵਿਆਜ ਦੇ ਨਾਲ ਹੀ ਲੰਗਰ ਚੱਲੀ ਜਾ ਰਿਹਾ। 20 ਰੁਪਏ ਤੇ ਰੱਬ ਦੇ ਖਾਤੇ ਜਮਾ ਹੀ ਨਹੀਂ ਅਜੇ ਤੱਕ। ਇਹ ਮਹਾਰਾਜ ਦਾ ਖਾਤਾ ਹੈ। ਐਸੇ ਗੁਰੂ ਸਾਹਿਬ ਜੀ ਨੇ ਸੰਤਾਂ ਦੀ ਸੰਗਤ, ਸੰਤਾਂ ਦੀ ਸੇਵਾ ਕਰਨੀ ਦੱਸੀ ਹੈ। ਵਾ ਜਪੀਆ ਕੇਵਲ ਨਾਮ। ਕਿਉਂਕਿ ਉੱਥੇ ਸਾਧੂਆਂ ਦੀ ਸੰਗਤ ਸਿਰਫ ਨਾਮ ਹੀ ਜਪੀਦਾ ਹੈ। ਬਾਬੇ ਬੁੱਢੇ ਨੇ ਵੇਖੋ ਮਹਾਰਾਜ ਨੂੰ ਦੁੱਧ ਪਿਲਾਇਆ ਤੇ ਦੁੱਧ ਪਿਲਾਉਣ ਦੇ ਨਾਲ ਹੀ ਵੇਖੋ ਗੁਰੂ ਸਾਹਿਬ ਨੇ ਕਿਰਪਾ ਕਰ ਦਿੱਤੀ। 6 ਪੀੜ੍ਹੀਆਂ ਤੱਕ ਗੁਰੂ ਘਰ ਦੇ ਸੇਵਾਦਾਰ ਹੈ। ਕਿੰਨਾ ਮਾਣ ਮੁਰਾਤਬਾ ਮਹਾਰਾਜ ਨੇ ਬਖਸ਼ਿਆ। ਇੱਕ ਸਿਰਫ ਦੁੱਧ ਪਿਆਇਆ ਸੀਗਾ, ਇੰਨੀ ਕੁ ਸੇਵਾ ਨਾਲ ਹੀ ਵੇਖੋ ਤਰ ਗਿਆ। ਸਾਧੂ ਸੰਗਤ ਪਾਰ ਗਰਾਮ। ਸੰਤ ਜਨਾਂ ਦੀ ਸੰਗਤ ਸਮੂਹ ਸੰਸਾਰ ਸਮੁੰਦਰ ਦੇ ਬੰਧਨਾਂ ਤੋਂ ਮੁਕਤ ਕਰਨੀ ਵਾਲੀ ਹੈ। ਸਗਲ ਤਤ ਮੈਂ ਤਤ ਗਿਆਨ। ਇਹ ਭਾਈ ਸਾਰੇ ਸਿਧਾਂਤਾਂ ਵਿੱਚੋਂ ਗਿਆਨ ਦਾ ਸਿਧਾਂਤ ਸ੍ਰੇਸ਼ਟ ਹੈ। ਜਾਂ ਸਾਰੇ ਤੱਤਾਂ ਦੇ ਗਿਆਨ ਨਾਲੋਂ ਤਤ ਸਰੂਪ ਦਾ ਪ੍ਰੋਗ ਗਿਆਨ ਸ੍ਰੇਸ਼ਟ ਹੈ। ਸਰਬ ਧਿਆਨ ਮਹਿ ਏਕ ਧਿਆਨ। ਸਾਰੇ ਧਿਆਨਾਂ ਵਿੱਚੋਂ ਵਾਹਿਗੁਰੂ ਦਾ ਧਿਆਨ ਹੀ ਸ੍ਰੇਸ਼ਟ ਹੈ। ਹਰ ਕੀਰਤਨ ਮਹਿ ਉਤਮ ਧੁਨਾ। ਹਰੀ ਪ੍ਰਮਾਤਮਾ ਦੇ ਕੀਰਤਨ ਜਸ ਵਿੱਚ ਬਹੁਤ ਸ੍ਰੇਸ਼ਟ ਧੁਨੀ ਹੁੰਦੀ ਹੈ। ਨਾਨਕ ਗੁਰ ਮਿਲ ਗਾਈ ਗੁਣਾ। ਸਤਿਗੁਰੂ ਜੀ ਕਥਨ ਕਰਦੇ ਹੈ ਭਾਈ, ਇਸ ਪ੍ਰਕਾਰ ਗੁਰਾਂ ਨਾਲ ਮਿਲ ਕੇ ਪਰਮਾਤਮਾ ਦੇ ਗੁਣ ਗਾਉਣਾ ਕਰੋ। ਕਥਾ ਕੀਰਤਨ ਕਰੋ ਤੇ ਸੁਣੋ। ਜੋ ਜੋ ਸੁਣੈ ਕਥਾ ਹਰ ਕੀਰਤਨ, ਤਾਂ ਕਿ ਦੁਰਮਤ ਨਾਸ਼ ਸਗਲ ਮਨੋਰਥ ਪਾਵੈ। ਨਾਨਕ ਪੂਰਨ ਹੋਵੇ ਆਸ। ਭੁੱਲਾਂ ਚੁੱਕਾ ਖਿਮਾ ਕਰੋ ਜੀ। ਅੱਗੇ ਤੋਂ ਸਮਤ ਬਖਸ਼ੋ। ਸਗਲ ਤਤ ਮਹਿ ਤਤ ਗਿਆਨ। ਸਰਬ ਧਿਆਨ ਮੈਂ ਏਕ ਧਿਆਨ। ਹਰ ਕੀਰਤਨ ਮਹਿ ਉਤਮ ਧੁਨਾ। ਨਾਨਕ ਗੁਰ ਮਿਲ ਗਾਈ ਗੁਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ
ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ। ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਆਗਤ ਅੰਬਰ ਵਾਰ ਬਰੀਆਂ ਸਰਬਤ ਕਾਮਣ ਆਈ